ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾ ਸਵਾਗਤ ਹੈ ਅੱਜ ਦੀ ਬੈਠਕ ਦੇ ਵਿੱਚ। ਆਓ ਸਾਰੇ ਰਲ ਕੇ ਅਕਾਲ ਪੁਰਖ ਦੇ ਪਿਆਰ ਦੇ ਵਿੱਚ ਆਪਾਂ ਜੋ ਇਹ ਬਾਣੀ ਵਿਚਾਰਨੀ ਆਰੰਭੀ ਹੈ, ਅਰਦਾਸ ਬੇਨਤੀ ਕਰਕੇ ਅਸੀਸਾਂ ਲੈ ਕੇ ਆਪਾਂ ਅੱਗੇ ਚੱਲੀਏ। ਅਸੀਂ ਸੱਤ ਪਦੇ ਵਿਚਾਰ ਰਹੇ ਹਾਂ। ਅੱਜ ਆਪਾਂ 8, 9, 10 ਤੇ 11 ਨੰਬਰ ਪਦੇ ਵਿਚਾਰਾਂਗੇ, ਜਿਨ੍ਹਾਂ ਦੇ ਵਿੱਚ ਸਾਡਾ ਮਜ਼ਮੂਨ ਰਹੇਗਾ ਸੁਣਨਾ, ਕਿ ਇਹ ਸੁਣਨਾ ਕੀ ਹੈ। 6ਵੇਂ ਨੰਬਰ ਪਦੇ ਦੇ ਵਿੱਚ ਅਸੀਂ ਟੂਕ ਮਾਤਰ ਗੱਲ ਕੀਤੀ ਸੀ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰ ਕੀ ਸਿੱਖ ਸੁਣਨਾ ਜਿਹੜਾ ਹੈ ਇਹ ਨਾਮ ਦਾ ਹੀ ਅਭਿਆਸ ਹੈ, ਜਿਹੜਾ ਅਭਿਆਸੀ ਰਸਨਾ ਦੇ ਨਾਲ ਕਰਦਾ ਹੈ, ਨਿਰੰਤਰ ਕਰਦਾ ਹੈ। ਔਰ ਇਹੀ ਨਾਮ ਦਾ ਅਭਿਆਸ, ਜਿਸ ਤਰ੍ਹਾਂ ਰੋਟੀ ਦੀ ਬੁਰਕੀ ਜ਼ਬਾਨ ਤੇ ਰੱਖਦੇ ਹਾਂ, ਦੰਦ ਉਹਨੂੰ ਚਿੱਥਦੇ ਨੇ ਔਰ ਜ਼ਬਾਨ ਉਹਨੂੰ ਅੰਦਰ ਸਿੱਟ ਦਿੰਦੀ ਹੈ, ਇਸੇ ਤਰ੍ਹਾਂ ਹੀ ਇਹ ਜਿਹੜਾ ਨਾਮ ਦਾ ਅਭਿਆਸ ਹੈ ਇਹ ਰਸਨਾ ਤੋਂ ਅੰਦਰ ਹਿਰਦੇ 'ਚ ਚਲੇ ਜਾਣਾ। ਔਰ ਜਦੋਂ ਜਪ ਕੇ ਧਿਆਨ ਦੇ ਵਿੱਚ ਅਭਿਆਸੀ ਪਹੁੰਚਦਾ ਹੈ, ਉਸ ਤੋਂ ਬਾਅਦ ਇਹ ਜਿਹੜਾ ਸ਼ਬਦ ਅਭਿਆਸੀ ਜਪ ਰਿਹਾ, ਇਹ ਉਹਦੇ ਕੰਨਾਂ ਦੇ ਵਿੱਚ ਆਪਣੇ ਆਪ ਨਿਰੰਤਰ ਅਨਹਦ ਸੁਣਨਾ ਸ਼ੁਰੂ ਹੋ ਜਾਂਦਾ ਹੈ। ਇਹ ਹੈ ਗੁਰ ਕੀ ਸਿੱਖ ਸੁਣੀ। ਇਹ ਮਕੈਨੀਕਲ ਸੰਗਤ 'ਚ ਬੈਠ ਕੇ ਕੀਰਤਨ ਸੁਣਨਾ ਨਹੀਂ ਹੈ, ਜਾਂ ਸੰਗਤ 'ਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਸੁਣਨਾ ਨਹੀਂ ਹੈ। ਜੇ ਇਹ ਹੋਵੇ ਤੇ ਮੱਤ ਵਿੱਚ ਰਤਨ ਜਵਾਹਰ ਮਾਣਕ, ਸਾਡੀ ਮੱਤ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰੀ ਪਈ ਹੈ। ਮੱਤ ਵਿੱਚ ਕਿੱਥੋਂ ਪਿਓਰਿਟੀ ਆਉਣੀ ਹੈ, ਕਿੱਥੋਂ ਰਤਨ ਜਵਾਹਰ ਮਾਣਕ ਪ੍ਰਗਟ ਹੋਣੇ ਹੈ, ਕਿੱਥੋਂ ਪ੍ਰਕਾਸ਼ ਹੋਣਾ ਹੈ। ਇਹ ਗੁਰ ਕੀ ਸਿੱਖ ਸੁਣੀ ਜਿਹੜਾ ਹੈ, ਇਹ ਹੈ ਹੀ ਬਹੁਤ ਉੱਚੀ ਅਵਸਥਾ ਹੈ, ਬਹੁਤ ਉੱਚੀ ਅਵਸਥਾ, ਜਿੱਥੇ ਅਭਿਆਸੀ ਜਪਣ ਤੋਂ ਬਾਅਦ, ਧਿਆਨ ਲੱਗਣ ਤੋਂ ਬਾਅਦ ਸੁਣਨ ਦੀ ਅਵਸਥਾ 'ਚ ਪਹੁੰਚਦਾ ਹੈ। ਸੋ ਪਦਾ ਨੰਬਰ 8 ਸੁਣਿਆ। ਅੱਜ ਇਹ ਸਮਝ ਲਓ ਕਿ ਇਹ ਅੱਜ ਜਪ ਬਾਣੀ ਦੇ ਵਿੱਚ ਸੁਣਿਆ ਦਾ ਇੱਕ ਹੋਰ ਬਰੀਫ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਜਿਹਨੂੰ ਆਪਾਂ ਕੋਸ਼ਿਸ਼ ਕਰਨੀ ਹੈ ਕਿ ਅੱਜ ਹੀ ਆਪਾਂ ਬੜੇ ਹਾਈ ਲੈਵਲ 'ਚ ਗੱਲ ਕਰਕੇ, ਕਿਉਂਕਿ ਆਪਾਂ ਹੁਣ ਜਿਹੜੀਆਂ ਨਾਰਮਲੀ ਗੱਲਾਂ ਰਿਪੀਟ ਕਰਦੇ ਹਾਂ ਵਿੱਚ, ਉਹ ਰਿਪੀਟ ਨਹੀਂ ਕਰਾਂਗੇ। ਕੋਸ਼ਿਸ਼ ਕਰੂੰਗਾ ਕਿ ਇਹ ਆਪਾਂ ਸਮੇਂ ਦੇ ਵਿੱਚ ਇਹਨੂੰ ਖਤਮ ਕਰੀਏ। ਔਰ 4 ਪਦੇ ਅੱਜ ਆਪਾਂ ਬਿਲਕੁਲ ਕੋਸ਼ਿਸ਼ ਕਰਨੀ ਹੈ ਪੜ੍ਹਨ ਦੀ, ਵਿਚਾਰਨ ਦੀ। ਹੁਣ ਆਈਏ ਆਪਾਂ ਆਪਣੀ ਗੱਲ ਦੇ ਉੱਤੇ। ਸੁਣਿਆ, ਸੱਸੇ ਨੂੰ ਔਂਕੜ, ਹਣਾਣੇ ਨੂੰ ਸਿਆਰੀ, ਐੜੇ ਨੂੰ 2 ਲਾਵਾਂ। ਔਰ ਇਹ ਐੜੇ ਦੀਆਂ 2 ਲਾਵਾਂ ਜਿਹੜਾ ਹੈ ਇਹ ਨਾਸਕੀ ਉਚਾਰਨ ਹੋਏਗਾ। ਸੁਣਿਆ, ਇਹਨੂੰ ਸੁਣੀਆਂ ਨਹੀਂ ਪੜ੍ਹਨਾ, ਬਿਹਾਰੀ ਨਹੀਂ ਬੁਲਾਉਣੀ, ਇੱਥੇ ਸਿਆਰੀ ਹੀ ਵੱਜੇਗੀ। ਸੁਣਿਆ, ਸੁਣਨ ਤੋਂ ਬਾਅਦ, ਸੁਣ ਕੇ, ਸੁਣਨ ਤੋਂ ਬਾਅਦ ਜਦੋਂ ਬਿੰਦੀ ਲੱਗ ਜਾਏਗੀ, ਉਹਦਾ ਮਤਲਬ ਇਹੀ ਹੈ ਸੁਣਨ ਤੋਂ ਬਾਅਦ ਕੀ ਹੋਏਗਾ ਅਭਿਆਸੀ ਨੂੰ। ਬੜੇ ਧਿਆਨ ਨਾਲ ਇਹ ਲਫ਼ਜ਼ ਆਪਾਂ ਸਮਝਣਾ ਔਰ ਵਿਚਾਰਨਾ। ਸੋ ਇਹ ਸਾਡੀ ਜਿਹੜੀ ਕੋਸ਼ਿਸ਼ ਹੈ ਇਹ ਇਹੀ ਹੈ, ਤਾਈਓ ਹੈ ਕਿ ਆਪਾਂ ਗੁਰਬਾਣੀ ਦਾ ਜਿਹੜਾ ਹੈ ਰਸਮਈ ਗਿਆਨ ਔਰ
ਇਹਨੂੰ ਪੜਨ ਦਾ ਚਲੋ ਠੀਕ ਹੈ, ਮੈਨੂੰ ਇਹਨਾਂ ਜ਼ਿਆਦਾ ਗ੍ਰਾਮਰ ਦਾ ਨਹੀਂ ਪਤਾ, ਪਰ ਲੇਕਿਨ ਆਪਾਂ ਜਿਹੜੇ ਬੇਸਿਕ ਰੂਲਸ ਨੇ, ਜਿਹੜਾ ਬੇਸਿਕ ਆਪਾਂ ਸਮਝਣਾ ਹੈ ਪਾਠ ਦੇ ਰਾਹੀਂ ਜਾਂ ਗੁਰਬਾਣੀ ਪੜ੍ਹ ਕੇ, ਉਹ ਆਪਾਂ ਚੀਜ਼ਾਂ ਕਲੀਅਰ ਕਰਦੇ ਚੱਲੀਏ। ਸੋ ਇਹ ਸੁਣਨਾ, ਮੰਨਣਾ, ਦਰਸ਼ਨ, ਪ੍ਰਕਾਸ਼, ਅੰਮ੍ਰਿਤ ਛਕਣਾ, ਇਹ ਸਾਰਾ ਮਾਨਸਿਕ ਅਵਸਥਾ ਹੈ, ਇਹ ਸਟੇਟ ਆਫ ਮਾਈਂਡ ਹੈ, ਫਿਜ਼ੀਕਲੀ ਕੁਛ ਨਹੀਂ ਹੈ ਇਹਦੇ 'ਚ। ਜਿਉਂ ਜਿਉਂ ਆਪਾਂ ਬਾਣੀ ਦੇ ਵਿੱਚ ਡੁੱਬਾਂਗੇ, ਬਾਣੀ ਦੇ ਵਿੱਚ ਖੁੱਭਾਂਗੇ, ਇਸ ਚੀਜ਼ ਨੂੰ ਇਹ ਨਾਮ ਦਾ ਅਭਿਆਸ ਕਰਾਂਗੇ, ਇਹ ਫੀਲ ਹੋਏਗਾ, ਇਹ ਮਹਿਸੂਸ ਹੋਏਗਾ, ਅੰਤਰ ਆਤਮੇ ਪੜਚੋਲ ਹੋਏਗੀ ਔਰ ਕਰਤਾ ਪੁਰਖ ਗਿਆਨ ਬਖਸ਼ੇਗਾ। ਮੈਂ ਬੇਨਤੀ ਕੀਤੀ, ਪਹਿਲਾਂ ਜਪਣਾ, ਫਿਰ ਧਿਆਉਣਾ, ਫਿਰ ਸੁਣਨਾ। ਇਹ ਤੀਜੇ ਪਾਸੇ ਜਾ ਕੇ, ਤੀਸਰੀ ਥਾਂ ਤੇ ਜਾ ਕੇ ਸੁਣਨ ਦੀ ਅਵਸਥਾ ਆਉਂਦੀ ਹੈ। ਹੁਣ ਆਪਾਂ ਸੰਗਤ 'ਚ ਬੈਠ ਜਾਈਏ, ਵਾਹਿਗੁਰੂ ਵਾਹਿਗੁਰੂ ਕਰੀਏ, ਇਹ ਇੱਕ ਫਿਜ਼ੀਕਲ ਸੁਣਨਾ ਹੈ। ਦੁਨਿਆਵੀ ਆਪਾਂ ਬੈਠੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ। ਨਾਮ ਜਪਦੇ ਜਪਦੇ ਜਦੋਂ ਧਿਆਨ ਲੱਗ ਗਿਆ, ਧਿਆਨ ਜੁੜ ਗਿਆ, ਵਿਚਾਰਾਂ ਤੋਂ ਮੁਕਤ ਹੋ ਗਏ, ਡਿਟੈਚਡ ਹੋ ਗਏ, ਦੁਨੀਆ ਤੋਂ ਡਿਟੈਚਡ ਹੋ ਗਏ, ਤੇ ਇਹ ਆਤਮਿਕ ਜਿਹੜਾ ਸੁਣਨਾ ਆਰੰਭ ਹੋਏਗਾ। ਇਸੇ ਕਰਕੇ ਬਾਬੇ ਨੇ ਕਿਹਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਹੁਣ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਆਪਾਂ ਪਹਿਲਾਂ ਵੀ ਇਹ ਸ਼ਬਦ ਵਿਚਾਰਿਆ, ਧੰਨ ਧੰਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ। ਇਹ ਧੁਨ ਰੂਪੀ ਗੱਲ ਕੀਤੀ ਗਈ ਹੈ। ਬੇਨ ਜਿਹੜੀ ਹੈ, ਰਾਮ ਬੇਨ, ਇਹ ਨਾਮ ਦਾ ਹੀ ਵੱਜਣਾ ਹੈ। ਪਹਿਲਾਂ ਇਹ ਬਹੁਤ ਮਧੁਰ ਮਧੁਰ, ਬੜੀ ਹੌਲੀ ਹੌਲੀ, ਮਿੱਠੀ ਮਿੱਠੀ ਚੱਲਦੀ ਹੈ, ਔਰ ਐਸੀ ਅਵਸਥਾ ਆ ਜਾਂਦੀ ਹੈ, ਦੁਨਿਆਵੀ ਨਹੀਂ, ਅੰਦਰ ਆਤਮੇ ਮਧੁਰ ਮਧੁਰ ਧੁਨ ਅਨਹਤ ਗਾਜੈ। ਪਹਿਲਾਂ ਇਹ ਮਧੁਰ ਮਧੁਰ, ਮਿੱਠੀ ਮਿੱਠੀ ਚੱਲਦੀ ਹੈ, ਔਰ ਫਿਰ ਜਿਉਂ ਜਿਉਂ ਅਭਿਆਸੀ ਨਾਮ ਦੇ ਵਿੱਚ ਗੜੂੰਦ ਕਰਦਾ ਹੈ ਆਪਣੇ ਅੰਤਰ ਆਤਮੇ ਨੂੰ, ਤਿਉਂ ਤਿਉਂ ਇਹ ਅਨਹਤ ਗਾਜੈ, ਨਾ ਖਤਮ ਹੋਣ ਵਾਲਾ ਇੱਕ ਧੁਨ ਰੂਪੀ ਸੁਣਨਾ ਆਰੰਭ ਕਰ ਦਿੰਦਾ ਅਭਿਆਸੀ। ਅਨਹਤ ਗਾਜੈ, ਇਹ ਸਾਰਾ ਆਤਮੇ ਹੋਣਾ, ਫਿਜ਼ੀਕਲੀ ਕੁਛ ਨਹੀਂ ਹੋਣਾ। ਬਾਹਰੋਂ ਉਹ ਉਸੇ ਤਰ੍ਹਾਂ ਰਹੇਗਾ ਅਭਿਆਸੀ, ਆਪਣਾ ਕੰਮ ਤੇ ਜਾਏਗਾ, ਸਵੇਰੇ ਉੱਠੇਗਾ, ਤਿਆਰ ਹੋਏਗਾ, ਖਾਣਾ ਖਾਏਗਾ, ਉਹਦੇ 'ਚ ਫਰਕ ਕੋਈ ਨਹੀਂ ਪੈਣਾ। ਇੱਟ ਨੂੰ ਚੁੱਕ ਕੇ ਕੰਧ 'ਚ ਲਾ ਦਈਏ ਤੇ ਇੱਟ ਨੂੰ ਕੀ ਹੋ ਜਾਂਦਾ? ਇੱਟ ਨੂੰ ਕੁਛ ਹੁੰਦਾ? ਇਸੇ ਤਰ੍ਹਾਂ ਹੀ ਰਹਿਣਾ, ਉਹ 'ਚ ਫਰਕ, ਕਿਉਂਕਿ ਫਿਜ਼ੀਕਲੀ ਹੈ ਹੀ ਕੁਛ ਨਹੀਂ, ਨਜ਼ਰ ਆਉਣਾ ਹੀ ਨਹੀਂ ਕੁਛ। ਆਓ ਹੁਣ ਆਪਾਂ ਚੱਲੀਏ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਤੋਂ ਬਾਅਦ ਦੀ ਅਵਸਥਾ ਹੈ ਸਿੱਧ ਪੀਰ ਸੁਰਨਾਥ। ਇੱਥੇ ਲਿਖਿਆ ਜੀ, ਇਹ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹੈ। ਸਿੱਧ ਪੁਰਖ ਜਿਹੜੇ ਪੀਰ ਹੁੰਦੇ ਆ, ਇਹ ਇਸਲਾਮੀ ਸਿੱਧ ਪੁਰਖ ਜਿਹੜੇ ਜਿਨ੍ਹਾਂ ਨੇ ਸਿੱਧੀਆਂ ਹਾਸਲ ਕੀਤੀਆਂ ਹੁੰਦੀਆਂ ਨੇ, ਪੀਰ ਇਸਲਾਮੀ ਧਾਰਮਿਕ ਆਗੂ, ਸੁਰ ਦੇਵਤੇ, ਨਾਥ ਜਿਹੜੇ ਪੁੱਗੇ ਹੋਏ ਜੋਗੀ। ਸੁਣਨ ਤੋਂ ਬਾਅਦ ਉਹਨਾਂ ਵਾਲੀਆਂ ਰਿੱਧੀਆਂ ਸਿੱਧੀਆਂ ਮਿਲੀਆਂ ਸਮਝੋ। ਉਹਨਾਂ ਵਾਲੀਆਂ ਰਿੱਧੀਆਂ ਸਿੱਧੀਆਂ, ਜੇ ਹੁਣ ਇੱਥੇ ਕਹੋਗੇ ਦੇਵਤਿਆਂ ਤੇ ਨਾਥਾਂ ਦੀ ਪਦਵੀ, ਉਹ ਤੇ ਆਪ ਮਾਇਆ 'ਚ ਹੈ। ਉਹ ਭਾਈ, ਉਹ ਤੇ ਆਪ ਮਾਇਆ 'ਚ ਨੇ,
ਉਹਨਾਂ ਦੀ ਪਦਵੀ ਪਾ ਕੇ ਅਸੀਂ ਕੀ ਕਰਾਂਗੇ? ਨਹੀਂ, ਇਹ ਹੈ ਉਹਨਾਂ ਵਾਲੀਆਂ ਰਿੱਧੀਆਂ ਸਿੱਧੀਆਂ ਪਿੱਛੇ ਭੱਜੀਆਂ ਫਿਰਨੀਆਂ ਨੇ। ਅੱਗੇ ਚੱਲੀਏ। ਸੁਣਿਆ ਧਰਤ ਧਵਲ ਆਕਾਸ਼। ਜਿਸ ਅਭਿਆਸੀ ਦੀ ਸੁਣਨ ਦੀ ਅਵਸਥਾ ਆ ਗਈ, ਇਹ ਕਹਿੰਦੇ ਆ ਜੀ ਉਹਨੂੰ ਇਹ ਸੋਝੀ ਹੋ ਜਾਂਦੀ ਹੈ, ਉਹ ਧਰਤੀ ਆਕਾਸ਼ ਦਾ ਆਸਰਾ ਪ੍ਰਭੂ ਹੈ। ਲੈ, ਇਹ ਤੇ ਪਤਾ ਹੀ ਹੈ, ਇਹ ਕਿਹੜੀ ਵੱਡੀ ਗੱਲ ਹੈ? ਜੇ ਇਹ ਫਿਰ ਗੱਲ ਕੀ ਹੈ? ਇਹ ਧਰਤ ਤਵਲ ਆਕਾਸ਼ ਕੀ ਹੈ? ਉਹ ਜਿਹਦੀ ਸੁਣਨ ਦੀ ਅਵਸਥਾ ਆ ਗਈ, ਉਹਦੇ ਵਿੱਚ ਧਰਤੀ ਵਰਗਾ ਧੀਰਜ, ਪੇਸ਼ੈਂਸ, ਪੁੱਟੀ ਜਾਓ, ਕੋਈ ਫਰਕ ਨਹੀਂ ਪੈਂਦਾ। ਧਵਲ ਬੈਲ ਵਾਂਗ ਐਡਿਕਸ਼ਨ, ਅਡੋਲਤਾ। ਉਹ ਜਿੱਥੇ ਅੱਜ ਸਰੋਂ ਦਾ ਤੇਲ ਕੱਢਦੇ ਆ, ਉਹ ਬਲਦ ਦੇ ਜਿਉਂ ਉਹਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਇੱਕੋ ਗੇੜਾ ਦੇਈ ਜਾਂਦਾ, ਉਹ ਐਡਿਕਸ਼ਨ ਹੋ ਜਾਂਦੀ ਹੈ, ਉਹਨੂੰ ਅਡੋਲਤਾ ਆ ਜਾਂਦੀ ਹੈ, ਕੰਸਿਸਟੈਂਸੀ ਆ ਜਾਂਦੀ ਹੈ। ਇਸ ਤਰ੍ਹਾਂ ਹੀ ਦੁਨਿਆਵੀ ਧਿਆਨ ਤੋਂ ਹਟ ਕੇ ਆਤਮਿਕ ਧਿਆਨ ਅਭਿਆਸੀ ਲਾਉਂਦਾ, ਐਡਿਕਸ਼ਨ ਕਰਦਾ ਨਾਮ ਅਭਿਆਸ ਦੀ, ਅਡੋਲ ਹੁੰਦਾ। ਆਕਾਸ਼ ਨਿਰਲੇਪ ਹੋ ਜਾਂਦਾ, ਮਾਇਆ ਤੋਂ ਦੂਰ ਹੋ ਜਾਂਦਾ, ਨਿਰਮਲ ਹੋ ਜਾਂਦਾ। ਇਹ ਹੈ ਸੁਣਨ ਤੋਂ ਬਾਅਦ ਦੀ ਅਵਸਥਾ। ਸੁਣਿਆ ਧਰਤ ਧਵਲ ਆਕਾਸ਼। ਸੁਣਨ ਤੋਂ ਬਾਅਦ ਧਰਤੀ ਵਰਗਾ ਧੀਰਜ, ਧਵਲ ਬਲਦ ਵਾਂਗ ਜਿਹੜੀ ਹੈ ਐਡਿਕਸ਼ਨ, ਅਡੋਲਤਾ, ਕੰਸਿਸਟੈਂਸੀ, ਆਕਾਸ਼ ਵਰਗੀ ਨਿਰਲੇਪਤਾ, ਮਾਇਆ ਤੋਂ ਦੂਰ ਨਿਰਮਲ ਹੋ ਜਾਂਦਾ ਅਭਿਆਸੀ ਸੁਣਨ ਦੀ ਅਵਸਥਾ ਤੇ ਜਾ ਕੇ। ਤੀਜੀ ਲਾਈਨ, ਸੁਣਿਆ ਦੀਪ ਲੋ ਪਾਤਾਲ। ਵਿਆਪਕਤਾ ਦਾ ਅਹਿਸਾਸ ਹੁੰਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਇੱਥੇ ਹੈ ਅਹਿਸਾਸ, ਇੱਥੇ ਪਤਾ ਲੱਗਦਾ ਕਿ ਬ੍ਰਹਿਮੰਡ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪ੍ਰਭੂ। ਸੁਣਿਆ ਦੀਪ ਲੋ ਪਾਤਾਲ। ਧਰਤੀ ਦੇ ਉੱਤੇ, ਧਰਤੀ ਦੇ ਵਿੱਚ, ਹਰ ਥਾਂ ਤੇ, ਹਰ ਲੋਕ ਦੇ ਵਿੱਚ ਉਹ ਮੌਜੂਦ ਹੈ, ਉਹ ਵਿਆਪਕ ਹੈ। ਅੱਗੇ ਆਓ ਜੀ। ਸੁਣਿਆ ਪੋਹੇ ਨਾ ਸਕੈ ਕਾਲ। ਮੌਤ ਦਾ ਡਰ ਸਾਰਿਆਂ ਨੂੰ ਆ। ਸੁਣਨ ਦੀ ਅਵਸਥਾ ਤੋਂ ਬਾਅਦ ਜਦੋਂ ਅਕਾਲ ਪੁਰਖ ਦੀ ਵਿਆਪਕਤਾ ਦਾ ਅਹਿਸਾਸ ਹੋ ਜਾਂਦਾ, ਇਹ ਡਰ ਅੰਦਰੋਂ ਖਤਮ ਹੋ ਜਾਂਦਾ। ਮੌਤ ਦਾ ਡਰ, ਪੋਹੇ ਨਾ ਸਕੈ ਕਾਲ। ਇਹ ਨਹੀਂ ਵੀ ਉਹ ਮਰੇਗਾ ਨਹੀਂ ਕਦੇ ਜਾਂ ਉਹਨੂੰ ਕੁਝ ਹੋਏਗਾ ਨਹੀਂ, ਉਹਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਏਗਾ। ਕੋਈ ਵੀ ਮਰਨਾ ਨਹੀਂ ਚਾਹੁੰਦਾ, ਗੱਲਾਂ ਕਰਦੇ ਆ, ਪਰ ਜਦੋਂ ਮੌਤ ਆਉਂਦੀ ਹੈ ਉਹ ਬੜਾ ਮੁਸ਼ਕਲ ਟਾਈਮ ਹੁੰਦਾ। ਸੋ ਇਹ ਸੁਣਨ ਦੀ ਅਵਸਥਾ ਦੇ ਬਾਅਦ ਇਹ ਜਿਹੜਾ ਮੌਤ ਦਾ ਡਰ ਹੈ, ਇਹ ਖਤਮ ਹੋ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਜਿਹੜੇ ਹੈ, ਨਾਮ ਅਭਿਆਸੀ ਜਿਹੜੇ ਹੈ, ਗੁਰਮੁਖ ਸਿਸਟਮ ਦੇ ਜ਼ਰੀਏ ਭਗਤੀ ਕਰਨ ਵਾਲੇ, ਉਹ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ। ਸੁਣਿਆ ਦੁਖ ਪਾਪ ਕਾ ਨਾਸ। ਇਹ ਅਵਸਥਾ ਹਾਸਲ ਕਰਕੇ ਪਾਪ ਬਿਰਤੀ ਜਿਹੜੀ ਹੈ ਅੰਦਰੋਂ ਖਤਮ ਹੋ ਜਾਂਦੀ ਹੈ। ਪਾਪ ਕੀ ਹੈ? ਮਨ ਵਿੱਚ ਬੁਰਾਈ ਸੋਚਣੀ, ਮਨ ਵਿੱਚ ਬੁਰੇ ਵਿਚਾਰ ਆਉਣੇ, ਕਿਸੇ ਦੇ ਪ੍ਰਤੀ, ਆਪਣੀ ਭਾਵਨਾ ਦੇ ਪ੍ਰਤੀ, ਇਹ ਸਭ ਖਤਮ ਹੋ ਜਾਂਦਾ।
ਨਾਮ ਦਾ ਅਭਿਆਸ, ਨਾਮ ਦਾ ਸੁਣਨਾ ਦੁੱਖਾਂ ਪਾਪਾਂ ਦਾ ਸਭ ਨਾਸ ਕਰ ਦਿੰਦਾ। ਪਾਪ ਬਿਰਤੀ ਖਤਮ ਹੋ ਜਾਂਦੀ ਹੈ। ਮਾਨਸਿਕ ਦੁੱਖ, ਪਰਿਵਾਰਕ, ਫਿਜ਼ੀਕਲ ਸਭ ਖਤਮ ਹੋ ਜਾਂਦੇ। ਕਿਉਂ? ਸਰਬ ਰੋਗ ਕਾ ਔਖਦ ਨਾਮ, ਸਰਬ ਰੋਗ ਕਾ ਔਖਦ ਨਾਮ। ਇਹ ਸੁਣਿਆ? ਦੁੱਖ ਪਾਪ ਕਾ ਨਾਸ। ਇਸੇ ਨਾਮ ਦਾ ਜਿਹੜਾ ਜਦੋਂ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ, ਜਦੋਂ ਸੁਣਨਾ ਸ਼ੁਰੂ ਹੋ ਜਾਂਦਾ, ਕਿਉਂਕਿ ਧਿਆਨ ਲੱਗ ਚੁੱਕਾ ਅਭਿਆਸੀ ਦਾ, ਧਿਆਨ ਤੋਂ ਬਾਅਦ ਉਹ ਸੁਣਨ ਦੀ ਅਵਸਥਾ ਦੇ ਵਿੱਚ ਹੈ, ਡਿਟੈਚਡ ਹੋ ਗਿਆ। ਕੋਈ ਉਹਨੂੰ ਮਾਨਸਿਕ ਪਰੇਸ਼ਾਨੀ ਨਹੀਂ ਰਹੀ। ਅਕਾਲ ਪੁਰਖ ਦੇ ਗੁਰ ਪ੍ਰਸਾਦ ਦੇ ਦੁਆਰਾ ਪਰਿਵਾਰਕ, ਫਿਜ਼ੀਕਲ ਸਭ ਉਹਦੇ ਦੁੱਖਾਂ ਪਾਪਾਂ ਦਾ ਨਾਸ ਹੋ ਗਿਆ। ਇੱਥੇ ਪਦਾ ਨੰਬਰ 8 ਖਤਮ ਹੁੰਦਾ ਜੀ। ਅੱਗੇ ਚੱਲੀਏ। ਸੁਣਿਆ? ਈਸਰ ਬਰਮਾ ਇੰਦ। ਵਾਹ ਮੇਰੇ ਸਤਿਗੁਰ ਵਾਹ। ਸੁਣਨ ਵਾਲੇ, ਸੁਣਨ ਦੀ ਅਵਸਥਾ ਤੱਕ ਪਹੁੰਚਣ ਵਾਲੇ ਅਭਿਆਸੀ ਨੂੰ ਬ੍ਰਹਮਾ, ਈਸਰ, ਇੰਦ ਦੀ ਹਸਤੀ ਦਾ ਗਿਆਨ ਹੋ ਜਾਂਦਾ ਹੈ। ਇਹ ਪਦਵੀ ਤੇ ਨਹੀਂ ਅਪੜਦਾ। ਉਹ ਪਦਵੀ ਵੀ ਇਹਨਾਂ ਦੀ ਦੱਸਾਂਗੇ ਕਿੱਥੇ ਹੈ, ਪਦਵੀ ਇਹਨਾਂ ਦੀ ਕਿੰਨੀ ਕੁ ਪਦਵੀ ਹੈ। ਇਹ ਤੇ ਫਿਰ ਅਕਾਲ ਪੁਰਖ ਦੇ ਬਰਾਬਰ ਤੁੱਲੇ ਪਏ ਆ ਜੇ ਉਹ ਪਦਵੀ ਤੇ ਪਹੁੰਚਦੇ। ਉਹ ਆਪਾਂ ਉਹ ਵੀ ਵਿਚਾਰਾਂਗੇ ਅੱਗੇ ਜਾ ਕੇ, ਪਰ ਇੱਥੇ ਆਪਣਾ ਉਹ ਵਿਸ਼ਾ ਨਹੀਂ ਹੈ। ਸੁਣਿਆ? ਈਸਰ, ਬਰਮਾ, ਇੰਦ। ਸੁਣਨ ਦੀ ਅਵਸਥਾ ਤੱਕ ਪਹੁੰਚਣ ਵਾਲਾ ਅਭਿਆਸੀ ਈਸਰ, ਬ੍ਰਹਮਾ, ਇੰਦ ਦੀ ਹਸਤੀ ਦਾ ਗਿਆਨੀ ਹੋ ਜਾਂਦਾ। ਉਹਨਾਂ ਦੀ ਪਾਇਆ, ਉਹਨਾਂ ਦਾ ਸਟੇਟਸ ਕਿੰਨਾ ਕੁ ਹੈ, ਕਿੰਨੇ ਕੁ ਪਾਣੀ ਚ ਨੇ ਉਹ, ਉਹਨਾਂ ਦੇ ਪੱਲੇ ਕੀ ਹੈ। ਇਹ ਸਾਰੇ ਦੇਵਤੇ ਪ੍ਰਭੂ ਦੀ ਸਾਜੀ ਮਾਇਆ ਵਿੱਚ ਹੀ ਵਿਚਰ ਰਹੇ ਨੇ। ਹਲੇ ਆਪਾਂ ਇੰਨਾ ਕੀ ਵਿਚਾਰਾਂਗੇ। ਔਰ ਨਾਮ ਅਭਿਆਸੀ ਨੂੰ ਇਹਨਾਂ ਦੀ ਹਸਤੀ ਦਾ ਗਿਆਨ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ। ਸਾਡਾ ਭਰੋਸਾ ਇੱਕ ਤੇ ਹੈ, ਸਾਡੀ ਪ੍ਰਤੀਤ ਇੱਕ ਤੇ ਹੈ। ਅਸੀਂ ਇੱਕ ਅਕਾਲ ਪੁਰਖ ਨਾਲ ਕਮਿਟਮੈਂਟ ਕਰਦੇ ਹਾਂ। ਅਸੀਂ ਇੱਕ ਅਕਾਲ ਪੁਰਖ ਦਾ ਨਾਮ ਜਪਦੇ ਹਾਂ। ਇਹ ਹੈ ਸੁਣਨ ਦੀ ਅਵਸਥਾ। ਸੁਣਨ ਦੀ ਅਵਸਥਾ 'ਚ ਜਾ ਕੇ ਇਹਨਾਂ ਦੀ ਹਸਤੀ ਦਾ ਗਿਆਨ ਹੁੰਦਾ। ਇਹ ਨਹੀਂ ਹੈ ਕਿ ਉਹਨਾਂ ਦੀ ਪਦਵੀ ਮਿਲ ਜਾਂਦੀ ਆ। ਉਹ ਤੇ ਵਿਚਾਰੇ ਆਪ ਪ੍ਰਭੂ ਦੀ ਸਾਜੀ ਮਾਇਆ ਦੇ ਵਿੱਚ ਵਿਚਰ ਰਹੇ ਆ। ਮਾਇਆ ਦੇ ਵਿੱਚ, ਹੁਕਮ ਦੇ ਵਿੱਚ ਬੱਧੇ ਆ। ਉਹ ਆਪਣਾ ਉਹਨਾਂ ਦਾ ਇੱਕ ਪੋਰਟਫੋਲੀਓ ਹੈ ਔਰ ਉਹ ਕੰਮ ਕਰ ਰਹੇ ਆ। ਸੋ ਇਹ ਹੈ ਉਹਨਾਂ ਦੀ ਹਸਤੀ ਦਾ ਗਿਆਨ ਹੋ ਜਾਂਦਾ ਨਾਮ ਅਭਿਆਸੀ ਨੂੰ। ਸੁਣਿਆ? ਮੁਖ ਸਲਾਹਣ ਮੰਦ। ਰਸਨਾ ਨਾਲ ਮੰਤਰ ਦੀ ਇਬਾਦਤ ਕਰਨ ਵਾਲਾ ਹੀ ਸੁਣਨ ਦੀ ਅਵਸਥਾ ਤੱਕ ਪਹੁੰਚ ਸਕਦਾ ਹੈ। ਮੰਦ ਜਿਹੜਾ ਹੈ, ਮੰਦ ਹੈ, ਪੁਰਾਣੀ ਬੋਲੀ ਹੈ ਪੰਜਾਬੀ ਦੀ। ਇਹ ਅੱਜ ਕੱਲ ਜਿਹੜਾ ਨਵਾਂ, ਗੁਰੂ ਕਾਲ ਵੇਲੇ ਵੀ ਇਹਨੂੰ ਮੰਦ ਨੂੰ ਮੰਤ ਲਿਖਿਆ ਗਿਆ ਅੱਗੇ ਜਾ ਕੇ ਤੱਤੇ ਦੇ ਨਾਲ। ਫੋਰ ਐਗਜ਼ਾਮਪਲ, ਪੁਰਾਣੀ ਬੋਲੀ ਦੇ ਵਿੱਚ ਆਪਾਂ ਅੱਜ ਕੱਲ ਕਾਗਜ਼ ਕਹਿੰਦੇ ਆ, ਜੱਜੇ ਪੈਰ ਬਿੰਦੀ ਪਾ ਕੇ ਬੋਲਦੇ ਆ ਕਾਗਜ਼। ਪੁਰਾਣੀ ਬੋਲੀ ਦੇ ਵਿੱਚ ਇਹਨੂੰ ਕਾਗਦ ਕਿਹਾ ਜਾਂਦਾ ਸੀ, ਕਾਗਦ। ਔਰ ਕਈਆਂ ਇਲਾਕਿਆਂ ਵਿੱਚ ਇਹਨੂੰ ਕਾਗਤ ਵੀ ਕਿਹਾ ਜਾਂਦਾ ਸੀ। ਸੋ ਇਹ ਹੈ ਮੰਤ, ਮੰਤਰ। ਰਸਨਾ ਨਾਲ ਮੰਤਰ ਦਾ ਅਭਿਆਸ ਕਰਨ ਵਾਲਾ ਹੀ ਸੁਣਨ ਦੀ ਅਵਸਥਾ ਤੱਕ ਪਹੁੰਚੇਗਾ। ਇੱਕ ਕਾਗਦ ਕਲਮ ਨਾਲ ਲਿਖਣ ਹਾਰ, ਦੇਖੋ ਕਾਗਦ ਕਲਮ ਨਾਲ ਲਿਖਣ ਹਾਰ ਆ ਗਿਆ। ਇਹ ਮੰਤਰ ਹੈ, ਮੰਦ ਹੋਰ ਕੁਛ ਨਹੀਂ ਹੈ, ਇਹ ਮੰਤਰ ਹੈ। ਜਿਉਂ-ਜਿਉਂ ਜਿਹੜੀ ਸੁਣਨ ਦੀ ਅਵਸਥਾ ਆਏਗੀ ਕਿਸ ਤਰ੍ਹਾਂ? ਉਹ ਇੱਕ ਟੂਕ ਮਾਤਰ ਇੱਥੇ ਦੱਸ ਰਹੇ ਹੈ ਕਿ ਰਸਨਾ ਨਾਲ ਨਾਮ ਜਪਣਾ ਪਏਗਾ, ਮੰਤਰ ਦਾ ਅਭਿਆਸ ਕਰਨਾ ਪਏਗਾ। ਸੁਣਿਆ?
जोग जुगते तन भेद। ਅਕਾਲ ਪੁਰਖ ਨਾਲ ਜੁੜਨ ਦੀ ਜੁਗਤੀ ਇਸ ਤਨ ਦੇ ਅੰਦਰੋਂ ਹੀ ਹਾਸਲ ਹੁੰਦੀ ਹੈ, ਅੰਦਰੋਂ ਹੀ ਮਿਲਦੀ ਹੈ। ਸੁਣਿਆ, ਜੋਗ ਜੁਗਤੇ ਤਨ ਭੇਦ। ਅੰਤਰਮੁਖੀ ਹੋ ਕੇ ਨਾਮ ਜਪਣਾ, ਇਹ ਪ੍ਰੇਰਨਾ ਅੰਦਰੋਂ ਹੀ ਮਿਲਣੀ ਹੈ, ਕਿਉਂਕਿ ਅਕਾਲ ਪੁਰਖ ਦਾ ਵਾਸਾ, ਉਹਦੀ ਪ੍ਰੈਜ਼ੈਂਸ ਸਾਡੇ ਅੰਦਰ ਆਲਰੇਡੀ ਹੈ। ਬਸ ਅਸੀਂ ਉਹਨੂੰ ਕਰ ਪ੍ਰਗਟ ਆਖ ਸੁਣਾਇਆ। ਅਸੀਂ ਨਾਮ ਨੂੰ ਆਖਣਾ, ਨਾਮ ਨੂੰ ਹੀ ਸੁਣਨਾ ਤੇ ਅਸੀਂ ਉਹਨੂੰ ਪ੍ਰਗਟ ਕਰ ਲੈਣਾ। ਪ੍ਰਭੂ ਨਾਲ ਜੁੜਨ ਦੀ ਜੁਗਤੀ ਇਸ ਸਰੀਰ ਦੇ ਅੰਦਰੋਂ ਮਿਲਣੀ ਹੈ। ਇਸ ਕਰਕੇ ਅਸੀਂ ਅੰਤਰਮੁਖੀ ਹੋ ਕੇ ਨਾਮ ਜਪਣਾ। ਜਦ ਜਿਉਂ-ਜਿਉਂ ਅੰਤਰਮੁਖੀ ਹੋਵਾਂਗੇ, ਤਿਉਂ-ਤਿਉਂ ਅਸੀਂ ਬਾਹਰੋਂ ਮਾਇਆ ਨਾਲੋਂ ਡਿਟੈਚਡ ਹੋ ਜਾਾਂਗੇ। ਸਭ ਜਿਹੜੇ ਹੈ ਸ਼ੱਕ ਸ਼ੁਬੇ ਜਾਂ ਕਈਆਂ ਦਾ ਭਰੋਸਾ ਨਹੀਂ ਹੁੰਦਾ, ਉਹ ਸਭ ਇਹ ਖਤਮ ਹੋ ਜਾਊ। ਜੁਗਤੀ ਮਿਲ ਗਈ। ਹੁਣ ਸੁਣਿਆ, ਸਾਸਤ ਸਿਮਰਤ ਵੇਦ, ਇਹ ਸਭ ਧਾਰਮਿਕ ਕਿਤਾਬਾਂ ਨੇ। ਸ਼ਾਸਤਰ, ਸਿਮਰਤ, ਵੇਦ, ਇਹ ਧਾਰਮਿਕ ਪੁਸਤਕਾਂ ਨੇ। ਨਾਮ ਦੇ ਸੁਣਨ ਤੋਂ ਬਾਅਦ ਇਹਨਾਂ ਧਾਰਮਿਕ ਪੁਸਤਕਾਂ ਦੀ ਅਸਲੀਅਤ ਦਾ ਭੇਦ ਅਭਿਆਸੀ ਨੂੰ ਮਿਲ ਜਾਂਦਾ। ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਇਸੇ ਕਰਕੇ ਇੱਕੋ ਸ਼ਬਦ ਹੈ ਰਾਮਾਨੰਦ ਸਵਾਮੀ ਜੀ ਦਾ, ਇੱਕੋ ਸ਼ਬਦ। ਜਿਹੜੇ ਕਬੀਰ ਸਾਹਿਬ ਦੇ ਟੀਚਰ ਸੀ, ਗੁਰੂ ਸੀ, ਕਹਿੰਦੇ ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਉਹ ਤੇ ਬਾਹਰ ਤਾਂ ਭੱਜੀਏ ਜੇ ਸਾਡੇ ਸਰੀਰ ਚੋਂ ਮੌਜੂਦ ਨਾ ਹੋਏ, ਜੇ ਅੰਤਰ-ਆਤਮੇ ਉਹਦੀ ਪ੍ਰੈਜ਼ੈਂਸ ਨਾ ਹੋਏ। ਇਹਨਾਂ ਧਾਰਮਿਕ ਕਿਤਾਬਾਂ ਦੇ ਵਿੱਚ ਮਾਇਆ ਦੇ ਕੇਵਲ 3 ਗੁਣਾਂ ਦਾ ਹੀ ਜ਼ਿਕਰ ਹੈ, ਛੁਟਕਾਰੇ ਦਾ ਸਾਧਨ ਨਹੀਂ ਹੈ। ਮਾਇਆ ਦੀ ਗੱਲ ਕੀਤੀ ਹੈ। ਸੋ ਉਹ ਅਭਿਆਸੀ ਨੂੰ ਉਹਨਾਂ ਦੀ ਜਿਹੜੀ ਅਸਲੀਅਤ ਹੈ, ਅੰਤਰ ਆਤਮੇ ਹੀ ਸੁਤੇ ਸਿੱਧ ਪਤਾ ਲੱਗ ਜਾਂਦੀ ਹੈ ਵੀ ਇਹ ਗਿਆਨ ਕਿੱਥੋਂ ਤੱਕ ਹੈ। ਫਿਰ ਅੱਗੇ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣ ਸੁਣ ਕੇ ਉਹ ਅਭਿਆਸੀ ਸਦਾ ਖੇੜੇ ਵਿੱਚ ਰਹਿੰਦਾ। ਉਹਦੇ ਦੁੱਖਾਂ ਦਾ, ਪਾਪਾਂ ਦਾ, ਜਿਉਂ-ਜਿਉਂ ਉਹ ਇਸ ਅਵਸਥਾ 'ਚ ਖੇਡਦਾ, ਇਸ ਅਵਸਥਾ ਦਾ ਆਨੰਦ ਮਾਣਦਾ, ਤਿਉਂ-ਤਿਉਂ ਉਹਦੇ ਦੁੱਖ ਪਾਪ ਜਿਹੜੇ ਆ ਖਤਮ ਹੋ ਜਾਂਦੇ ਆ, ਔਰ ਉਹ ਅਡੋਲ, ਨਿਰਮਲ, ਨਿਰਲੇਪ ਹੋਈ ਜਾਂਦਾ ਹੈ। ਔਰ ਅਕਾਲ ਪੁਰਖ ਪਰਮਾਤਮਾ ਵੱਲ ਨੂੰ ਉਹਦੀ ਚੜ੍ਹਾਈ ਹੋ ਰਹੀ ਹੈ। ਉਹਨੇ ਉਸ ਰੂਪ 'ਚ ਜਾ ਕੇ ਸਮਾਉਣਾ, ਉਧਰ ਨੂੰ ਉਹ ਵੱਧ ਰਿਹਾ। ਇੱਥੇ ਪਦਾ ਨੰਬਰ 9 ਖਤਮ ਹੁੰਦਾ। ਅੱਗੇ ਚਲੀਏ। ਸੁਣਿਆ, ਸਤ ਸੰਤੋਖ ਗਿਆਨ। ਸੁਣਿਆ 68 ਕਾ ਇਸ਼ਨਾਨ। ਇਹ ਸੱਤ ਕੀ ਹੈ? ਇੱਕ ਲਫ਼ਜ਼ ਅਸੀਂ ਬੜਾ ਹੀ ਸੁਣਦੇ ਹਾਂ, ਸੱਤਿਆਵਾਦੀ। ਇਹ ਇੱਕ ਲਾਈਫ ਸਟਾਈਲ ਹੈ। ਸੱਤਵਾਦੀ ਜਿਹੜਾ ਇੱਕ ਲਾਈਫ ਸਟਾਈਲ ਹੈ, ਸੰਤੋਖ ਵਿੱਚ ਰਹਿਣਾ ਔਰ ਗਿਆਨ ਜਿਹੜਾ ਹੈ, ਗਿਆਨ ਦੀ ਪ੍ਰਾਪਤੀ।
ਸਤਵਾਦੀ ਲਾਈਫ ਸਟਾਈਲ ਕੀ ਹੈ? ਓਨੈਸਟਲੀ ਬੜੇ ਧਿਆਨ ਦੇ ਨਾਲ ਆਪਣੀ ਕਿਰਤ ਕਰਨੀ ਹੈ, ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕਰਨੀ। ਜੇ ਘੱਟ ਹੈ ਤੇ ਉਹਦੇ ਚ ਗੁਜ਼ਾਰਾ, ਕੋਈ ਕਾਮਨਾ ਨਹੀਂ ਰੱਖਣੀ ਕਿ ਮੈਨੂੰ ਇਧਰੋਂ ਵੀ ਮਿਲ ਜੇ, ਏਦਾਂ ਵੀ ਮਿਲ ਜੇ। ਸੰਤੋਖ ਦੇ ਵਿੱਚ ਰਹਿਣਾ। ਅਗੰਮੀ ਅਦੁੱਤੀ ਗਿਆਨ ਦੀ ਪ੍ਰਾਪਤੀ, ਇਹ ਸੁਣਨ ਦੀ ਅਵਸਥਾ ਚ ਜਾ ਕੇ ਇਹ ਅਵਸਥਾਵਾਂ ਸੁਤੇ ਸਿੱਧ ਅਭਿਆਸੀ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸੁਤੇ ਸਿੱਧ। ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦਾ ਬੜਾ ਮਹਾਤਮ ਸੀ ਉਸ ਵੇਲੇ ਜਿਸ ਵੇਲੇ ਇਹ ਗਿਆਨ ਆ ਰਿਹਾ। ਸੁਣਨ ਦੀ ਅਵਸਥਾ ਚ ਆ ਕੇ ਇਹ ਜਿਹੜੇ ਕੰਮ ਨੇ 68 ਤੀਰਥ ਬੰਦਾ ਕਈ ਸਾਲਾਂ ਚ ਜ਼ਿੰਦਗੀ ਲੱਗ ਜਾਂਦੀ ਸੀ ਪੂਰੇ ਕਰਨ ਨੂੰ। ਉਸ ਸਮੇਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਦੋਂ ਯਾਤਾਯਾਤ ਦੇ ਕੋਈ ਸਾਧਨ ਨਹੀਂ ਸੀ ਹੁੰਦੇ। ਬਾਬੇ ਨਾਨਕ ਨੂੰ ਜਿਹੜਾ ਗਿਆਨ ਆਇਆ, ਉਹ ਗਿਆਨ ਇਹ ਦੱਸਦਾ ਕਿ ਸੁਣਨ ਦੀ ਅਵਸਥਾ ਚ ਆ ਕੇ 68 ਤੀਰਥਾਂ ਦਾ ਇਸ਼ਨਾਨ ਸੁਤੇ ਸਿੱਧ, ਈਜ਼ੀ, ਘਰ ਬੈਠਿਆਂ ਹੀ ਹੋ ਜਾਏਗਾ। ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਹੈ, ਜਾਣ ਦੀ ਲੋੜ ਨਹੀਂ ਹੈ। ਔਰ ਇਹ ਮੈਂ ਇੱਕ ਗੱਲ ਦੱਸਦਾ, ਫਿਜ਼ੀਕਲੀ ਸੁਣਨ ਦਾ ਵੀ ਮਹੱਤਵ ਬਹੁਤ ਹੈ। ਫਿਜ਼ੀਕਲੀ ਸੁਣਨਾ, ਜਿਉਂ ਰਾਮ ਕਹੇ ਜਾਣ ਉੱਚੇ, ਜਿਉਂ ਤੁਸੀਂ ਕਹਿਣਾ, ਜਿਉਂ ਤੁਸੀਂ ਸੁਣਨਾ, ਇਹ ਫਰਕ ਪੈਂਦਾ ਜਾਣਾ। ਪਰ ਹਾਂ, ਉਹਦੇ ਵਿੱਚ ਜਿਹੜਾ ਲਾਈਫ ਸਟਾਈਲ ਹੈ, ਉਹ ਪਿੱਛੇ ਪੜ੍ਹ ਆਏ ਆ, ਸਤ ਸੰਤੋਖ ਗਿਆਨ, ਇਸ ਤਰ੍ਹਾਂ ਦਾ ਲਾਈਫ ਸਟਾਈਲ ਰੱਖਣਾ ਪੈਣਾ। ਇਹਦੇ ਨਾਲ ਵੀ ਫਰਕ ਪੈਂਦਾ, ਇਹਦੇ ਨਾਲ ਬਹੁਤ ਫਰਕ ਪੈਂਦਾ ਸਤਵਾਦੀ ਲਾਈਫ ਸਟਾਈਲ ਦੇ ਨਾਲ। ਉਹ ਹਰੇਕ ਦੀ ਆਪਣੀ ਮਰਜ਼ੀ ਹੈ ਕਿੰਨਾ ਕੁ ਉਸਨੇ ਸਤਵਾਦੀ ਹੋਣਾ ਹੈ। ਕਈ ਆਪਣੀ ਮਰਿਆਦਾ ਰੱਖਦੇ ਆ, ਸਭ ਨੂੰ ਮੁਬਾਰਕ ਹੈ। ਖਾਣ ਪੀਣ ਦਾ ਪਰਹੇਜ਼ ਰੱਖਦੇ ਆ, ਸਭ ਮੁਬਾਰਕ ਹੈ। ਇਮਾਨਦਾਰੀ ਦੀ ਕਮਾਈ, ਕਿਸੇ ਨਾਲ ਕੋਈ ਧੋਖਾਧੜੀ ਨਹੀਂ, ਝੂਠ ਨਹੀਂ ਬੋਲਣਾ, ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਇਹੀ ਸਤਵਾਦੀ ਲਾਈਫ ਸਟਾਈਲ ਹੋਇਆ ਨਾ। ਹੁਣ ਕਥਾ ਕਰੀ ਜਾਣੀ ਪ੍ਰੋਫੈਸ਼ਨ ਬਣਾ ਲਿਆ, ਕੀਰਤਨ ਕਰੀ ਜਾਣਾ ਪ੍ਰੋਫੈਸ਼ਨ ਬਣਾ ਲਿਆ, ਪ੍ਰੀਚ ਕਰੀ ਜਾਣਾ ਪ੍ਰੋਫੈਸ਼ਨ ਬਣਾ ਲਿਆ। ਲਾਈਫ ਸਟਾਈਲ ਕੋਈ ਹੋਵੇ ਨਾ, ਸ਼ਾਮ ਨੂੰ ਬਹਿ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਦਾਰੂ ਪੀਂਦਾ ਹੋਵੇ, ਝੂਠ ਚਕਾਰੀ ਕਰਦਾ ਹੋਵੇ, ਲੋਕਾਂ ਨਾਲ ਠੱਗੀ ਮਾਰਦਾ ਹੋਵੇ, ਉਹਦੇ ਨਾਲ ਕੀ ਬਣਨਾ? ਕੱਖ ਵੀ ਨਹੀਂ ਬਣਨਾ ਉਹਦੇ ਨਾਲ। ਉਹ ਜਿੱਥੋਂ ਬਲਕਿ ਉਹਨੇ ਸਟਾਰਟ ਕੀਤਾ ਹੁੰਦਾ, ਉੱਥੋਂ ਵੀ ਥੱਲੇ ਨੂੰ ਚਲੇ ਜਾਂਦਾ, ਉਹਦਾ ਭੱਠਾ ਹੀ ਬੈਠ ਜਾਂਦਾ। ਔਰ ਇਹੀ ਸਾਡੇ ਨਾਲ ਅੱਜ ਕੱਲ੍ਹ ਹੋ ਰਿਹਾ। ਅਸੀਂ ਬਾਹਰੋਂ ਦਿਖਣ ਨੂੰ ਸਿੱਖ ਬਣ ਚੁੱਕੇ ਹਾਂ, ਲੇਕਿਨ ਅੰਦਰੋਂ ਜਿਹੜੀ ਪ੍ਰਵਿਰਤੀ ਹੈ ਉਹ ਸਿੱਖ ਦੀ ਨਹੀਂ ਹੈ। ਪਰ ਜਦੋਂ ਲੇਖਾ ਲਿਖਿਆ ਮਨ ਕੈ ਪਾਏ, ਜਿਹੜੀ ਤੁਹਾਡੀ ਪ੍ਰਵਿਰਤੀ ਅੰਦਰੋਂ ਬਣਨੀ ਹੈ, ਲੇਖਾ ਉਸ ਹਿਸਾਬ ਨਾਲ ਲਿਖਿਆ ਜਾਣਾ। ਚੰਗਾ ਮੰਦਾ ਉਸ ਹਿਸਾਬ ਨਾਲ ਤੁਸੀਂ ਬਣਨਾ। ਬਾਹਰੋਂ ਭਾਵੇਂ ਤੁਸੀਂ ਸੋਨੇ ਦੇ ਬਣ ਜਾਓ, ਜਿੰਨਾ ਮਰਜ਼ੀ ਬਾਹਰੋਂ ਡਰੈਸ ਪਾ ਲਓ, ਆਪਣੇ ਆਪ ਨੂੰ ਸਜਾ ਲਓ, ਆਪਣੀ ਦਿੱਖ ਸੋਹਣੀ ਬਣਾ ਲਓ, ਪਰ ਲੇਖਾ ਲਿਖਿਆ ਮਨ ਕੈ ਪਾਏ। ਸੋ ਇਹ ਚੀਜ਼ਾਂ ਨੂੰ ਇੰਪੋਰਟੈਂਸ ਨਹੀਂ ਦਿੱਤੀ। ਵੇਸ ਡਰੈਸ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਬਾਣੀ 'ਚ। ਇੰਪੋਰਟੈਂਸ ਕਾਹਦੀ ਹੈ? ਮਨ ਦੀ। ਹਰ ਪੰਨੇ ਦੇ ਉੱਤੇ ਕਈ ਵਾਰੀ ਮਨ ਦਾ ਜ਼ਿਕਰ ਹੈ, ਕਈ ਵਾਰੀ ਮਨ ਦਾ ਜ਼ਿਕਰ ਹੈ। ਇਸ ਮਨ ਨੂੰ ਹੀ ਅਸੀਂ ਸੁੰਦਰ ਬਣਾਉਣਾ।
ਹੁਣ ਸੁਣਿਐ ਪੜ ਪੜ ਪਾਵੈ ਮਾਨ। ਸੁਣਨ ਦੀ ਅਵਸਥਾ ਵਾਲਾ ਗਿਆਨ ਪਦਾਰਥ ਦੀ ਮਦਦ ਦੇ ਨਾਲ, ਗਿਆਨ ਪਦਾਰਥ ਦੇ ਨਾਲ ਪੰਚ ਪ੍ਰਵਾਨ ਹੋ ਜਾਂਦਾ ਹੈ, ਪਾਵੇਂ ਮਾਨ। ਕਿਉਂਕਿ ਜਨਮ ਪਦਾਰਥ, ਫਿਰ ਗਿਆਨ ਪਦਾਰਥ, ਫਿਰ ਮੁਕਤ ਪਦਾਰਥ, ਫਿਰ ਨਾਮ ਪਦਾਰਥ। ਹੁਣ ਇਹ ਜਪ ਜਪ ਕੇ ਧਿਆਨ ਲਾਉਣ ਤੱਕ ਪਹੁੰਚਿਆ, ਧਿਆਨ ਤੋਂ ਬਾਅਦ ਸੁਣਨ ਤੱਕ ਪਹੁੰਚਿਆ। ਸੁਣਨ ਤੇ ਉਹੀ ਹੈ, ਪੜ ਪੜ ਬੂਝੈ। ਉਹਨੂੰ ਅਦੁੱਤੀ ਜਿਹੜਾ ਗਿਆਨ ਪਰਮਾਤਮਾ ਦਾ ਹੋਣਾ ਆਰੰਭ ਹੋ ਜਾਣਾ, ਤੇ ਉਸ ਗਿਆਨ ਪਦਾਰਥ ਦੀ ਬਦੌਲਤ ਉਹਨੇ ਪੰਜ ਪ੍ਰਵਾਨ ਹੋ ਜਾਣਾ ਹੈ। ਪੰਜ ਪ੍ਰਵਾਨ ਹੈ ਹੀ ਦਰਗਹਿ ਕਾ ਨਿਸ਼ਾਨ, ਦਰਗਹਿ ਪੈਂਦੇ ਜਾਹੇ। ਇਹ ਜਿਹੜਾ ਮਾਨ ਹੈ, ਇਹ ਅਧਿਆਤਮ ਦੇ ਰਾਸਤੇ ਤੇ ਹੈ, ਅੰਦਰ ਹੈ, ਸੂਖਮ ਹੈ, ਸਟੇਟ ਆਫ ਮਾਈਂਡ ਹੈ, ਬਾਹਰੋਂ ਨਹੀਂ ਹੈ। ਫਿਰ ਸੁਣਿਆ ਲਾਗੈ ਸਹਿਜ ਧਿਆਨ। ਹੁਣ ਕਹਿੰਦੇ ਆ ਵੀ ਧਿਆਨ ਨਹੀਂ ਲੱਗਦਾ, ਕੋਈ ਚੀਜ਼ ਦੇ ਵਿੱਚ ਆਪਾਂ ਬਿਰਤੀ ਨਹੀਂ ਟਿਕਾ ਸਕਦੇ, ਪਰ ਜਦੋਂ ਇਹ ਸੁਣਨ ਦੀ ਅਵਸਥਾ ਆਉਂਦੀ ਹੈ, ਇਹ ਉੱਥੇ ਜਾ ਕੇ ਸੁੱਤੇ ਸਿੱਧ ਧਿਆਨ ਲੱਗ ਜਾਂਦਾ। ਜੇ ਕਿਸੇ ਹੋਰ ਕੰਮ ਦੇ ਵਿੱਚ ਅਭਿਆਸੀ ਬਿਜ਼ੀ ਵੀ ਹੋ ਗਿਆ ਆਪਣੀ ਲਾਈਫ ਦੇ ਵਿੱਚ, ਫਿਜ਼ੀਕਲੀ ਦੁਨਿਆਵੀ ਕੰਮਕਾਰ ਦੇ ਵਿੱਚ, ਉਹਨੇ 10 ਮਿੰਟ ਬਹਿਣਾ, ਫਿਰ ਉਹਦਾ ਧਿਆਨ ਉੱਥੇ ਉਸੇ ਅਵਸਥਾ 'ਚ ਉਹਨੇ ਖੇਡਣ ਲੱਗ ਜਾਣਾ। ਸਹਿਜੇ ਉਹਦੀ ਬਿਰਤੀ ਦਾ ਟਿਕਾ, ਮਨ ਦਾ ਟਿਕਾ, ਉਹ ਅਵਸਥਾ ਫਿਰ ਸਹਿਜੇ ਹੀ ਹਾਸਲ ਕਰ ਲੈਂਦਾ ਹੈ। ਇਸੇ ਕਰਕੇ ਨਾਨਕ ਜੋਤ ਆਖਦੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪਦਾ ਨੰਬਰ 10 ਇੱਥੇ ਖਤਮ ਹੁੰਦਾ ਜੀ। ਅੱਗੇ ਚਲੀਏ। ਸੋ ਇਹ ਹੈ ਸੁਣਨ ਦਾ ਮਹਾਤਮ ਜਾਂ ਸੁਣਨ ਦੀ ਅਵਸਥਾ। ਇਹਨੂੰ ਬੜੇ ਧਿਆਨ ਨਾਲ ਇਹ ਅੱਜ ਦਾ ਜਿਹੜਾ ਵਿਚਾਰ ਹੈ, ਬੜਾ ਰਿਪੀਟ ਕਰਕੇ ਸੁਣ ਵੀ ਲਿਓ ਦੁਬਾਰਾ। ਬੜਾ ਮੈਂ ਈਜ਼ੀ ਵਿੱਚ ਕੁਝ ਹੋਰ ਕੋਈ ਗੱਲ ਨਹੀਂ ਕਰ ਰਿਹਾ, ਤਾਂ ਕਿ ਇਹ ਜਿਹੜਾ ਸੁਣਨ ਦਾ ਜਿਹੜਾ ਸਾਡਾ ਟੌਪਿਕ ਹੈ, ਸਾਡਾ ਆਬਜੈਕਟਿਵ ਹੈ, ਇਸ ਸ਼ਬਦ ਨੂੰ ਸਮਝਣਾ, ਇਹਨੂੰ ਆਪਣੇ ਆਪ ਨੂੰ ਕਨਵਿੰਸ ਕਰਨਾ, ਉਹ ਬੜੇ ਅਸੀਂ ਈਜ਼ੀ ਕਰ ਸਕੀਏ ਆਪਣੇ ਆਪ ਨੂੰ। ਸੁਣਿਆ ਸਰਾਂ ਗੁਣਾ ਕੇ ਗਾ। ਸੁਣਨ ਦੀ ਅਵਸਥਾ ਤੱਕ ਜਿਹੜਾ ਅਭਿਆਸੀ ਪਹੁੰਚਿਆ ਹੈ, ਸਾਰੇ ਦੈਵੀ ਗੁਣਾਂ ਦਾ ਜਾਣੂ ਔਰ ਧਾਰਨੀ ਹੋ ਜਾਂਦਾ ਹੈ। ਸਰਾਂ ਗੁਣਾ ਕੇ ਗਾ, ਬੇਅੰਤ ਗੁਣਾਂ ਦੀ ਸੂਝ ਵਾਲਾ ਹੋ ਜਾਂਦਾ ਹੈ। ਸਰਾਂ ਗੁਣਾ, ਸਰ ਕਹਿੰਦੇ ਸਮੁੰਦਰ ਨੂੰ, ਸਰਾਂ ਮਤਲਬ ਜਿੰਨੇ ਵੀ ਬੇਅੰਤ ਗੁਣ ਨੇ, ਬੇਅੰਤਾ ਬੇਅੰਤ ਗੁਣ ਤੇਰੇ, ਆ ਚੱਲੀਏ ਇਕੁਐਲਿਟੀ ਹੌਲੀ ਹੌਲੀ, ਹਰ ਹਰ ਰੂਪ ਏ ਸਮਾਹੇ। ਉਸ ਅਵਸਥਾ ਦੇ ਵਿੱਚ ਪਹੁੰਚ ਕੇ ਸਾਰੇ ਗੁਣਾਂ, ਦੈਵੀ ਗੁਣਾਂ ਦਾ ਜਾਣੂ ਤੇ ਧਾਰਨੀ ਹੋ ਜਾਂਦਾ ਅਭਿਆਸੀ। ਸੁਣਿਆ ਸੇਖ ਪੀਰ ਪਾਤਸ਼ਾਹ। ਸ਼ੇਖ ਇਸਲਾਮੀ ਵਿਦਵਾਨ, ਪੀਰ ਧਾਰਮਿਕ ਇਸਲਾਮੀ ਆਗੂ, ਪਾਤਸ਼ਾਹ ਹੁਕਮਰਾਨ। ਦੇਖੋ ਇਹ ਲਫ਼ਜ਼ ਬੜੇ ਈਜ਼ੀ ਆਪਾਂ ਐਕਸਪਲੇਨ ਕਰ ਰਹੇ ਹਾਂ। ਸੁਣਨ ਤੋਂ ਬਾਅਦ ਇਹ ਸਾਰੀਆਂ ਪਦਵੀਆਂ, ਇਹ ਸਟੇਟਸ ਅਭਿਆਸੀ ਨੂੰ ਹਾਸਲ ਹੁੰਦਾ। ਏਦਾਂ ਨਹੀਂ ਹੈ ਵੀ ਅਭਿਆਸੀ ਇੰਨਾ ਅਭਿਆਸ ਕਰਦਾ ਹੋਵੇ, ਨਾਮ ਦੇ ਵਿੱਚ ਗਨੂੰਦ ਹੋਵੇ, ਤੇ ਉਹ ਖਾਣ ਨੂੰ ਰੋਟੀ ਨਹੀਂ ਹੋਏਗੀ ਉਹਦੇ ਕੋਲ।
ਇਹਨਾਂ ਨਹੀਂ ਆ ਵੀ ਅਭਿਆਸੀ ਹੋਏਗਾ ਤੇ ਉਹ ਦਰ ਦੀ ਮਥਾਜੀ ਰੱਖਦਾ ਹੋਊਗਾ। ਨਹੀਂ, ਇਸ ਸੁਣਨ ਦੀ ਅਵਸਥਾ 'ਚ ਜਾ ਕੇ ਫਿਰ ਕਰਤਾ ਪੁਰਖ ਦੇਖੋ ਸਟੇਟਸ ਕਿਦਾਂ ਦੇ ਉਸ ਅਭਿਆਸੀ ਨੂੰ, ਉਸ ਪਦਵੀ ਵਾਲੇ ਨੂੰ ਦੇ ਰਿਹਾ। ਵਿਦਵਾਨ ਦੀ ਪਦਵੀ ਹੈ, ਧਾਰਮਿਕ ਲੀਡਰ ਦੀ ਪਦਵੀ ਹੈ, ਪੀਰ ਪਾਤਸ਼ਾਹ ਹੁਕਮਰਾਨ ਦੀ ਰੁਤਬੇ ਵਾਲੀ ਪਦਵੀ ਹੈ। ਸੁਣਨ ਤੋਂ ਬਾਅਦ ਇਹ ਸਾਰਾ ਕੁਝ ਆਤਮਕ ਹੈ, ਸਾਰਾ ਕੁਝ ਸਟੇਟ ਆਫ ਮਾਈਂਡ ਹੈ। ਅਸੀਂ ਇਹ ਆਸ ਨਹੀਂ ਰੱਖਣੀ ਕਿ ਦੁਨਿਆਵੀ ਤੌਰ ਤੇ ਅਸੀਂ ਇਸ ਤਰ੍ਹਾਂ ਹੋਵਾਂਗੇ ਜਾਂ ਪ੍ਰਾਈਮ ਮਿਨਿਸਟਰ ਬਣ ਜਾਾਂਗੇ ਜਾਂ ਪ੍ਰੈਜ਼ੀਡੈਂਟ ਬਣ ਜਾਾਂਗੇ ਜਾਂ ਅਸੀਂ ਕੋਈ ਲੀਡਰ ਬਣ ਜਾਾਂਗੇ। ਨਹੀਂ, ਇੱਕ ਤਰ੍ਹਾਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਸਾਰਾ ਕੁਝ ਜਿਹੜੀ ਚਾਹ ਹੈ ਉਹੀ ਮੁੱਕ ਜਾਏਗੀ ਅੰਦਰੋਂ। ਨਾਮ ਦੇ ਵਿੱਚ ਇੰਨਾ ਗੜੂੰਦ, ਇੰਨਾ ਅਭਿਆਸੀ ਰੁੱਝ ਜਾਏਗਾ, ਇਹ ਸਾਰੀਆਂ ਇੱਛਾਵਾਂ ਹੀ ਮੁੱਕ ਜਾਣਗੀਆਂ ਅੰਦਰੋਂ। ਸੁਣਿਆ ਅੰਧੇ ਭਾਵੇਂ ਰਾਹ, ਮਾਇਆ ਵਿੱਚ ਅੰਨੇ ਜੀਵਾਂ ਨੂੰ ਅਧਿਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਤਰ ਆਤਮੇ ਜਦੋਂ ਨਾਮ ਦਾ ਸੁਣਨਾ ਆਰੰਭ ਹੁੰਦਾ, ਅੰਨਾ ਕੌਣ ਹੈ ਇੱਥੇ? ਅੰਨਾ ਜਿਹਨੂੰ ਗਿਆਨ ਹੀ ਨਹੀਂ ਹੈ, ਜਿਹੜਾ ਐਵੇਂ ਧਰਮ ਕਰਮ ਕਰੀ ਜਾ ਰਿਹਾ। ਹੁਣ ਸੁਣਨ ਤੋਂ ਬਾਅਦ ਜਿਹੜਾ ਜੀਵ ਪਹਿਲਾਂ ਮਾਇਆ ਵਿੱਚ ਅੰਨਾ ਸੀ, ਅਗਿਆਨਤਾ ਦੇ ਹਨੇਰੇ ਵਿੱਚ ਟੱਕਰਾਂ ਮਾਰ ਰਿਹਾ ਸੀ, ਉਹਨੂੰ ਅਧਿਆਤਮਕ ਜੀਵਨ ਮਿਲ ਗਿਆ, ਉਹਨੂੰ ਰਾਸਤਾ ਮਿਲ ਗਿਆ। ਸੁਣਿਆ ਹਾਥ ਹੋਵੇਂ ਅਸਗਾਹ, ਇਹ ਹਾਥ ਹੋਵੇਂ ਅਸਗਾਹ ਕੀ ਹੈ? ਇਹਦਾ ਜਿਹੜਾ ਡੂੰਘਾ ਇਹਦਾ ਮੀਨਿੰਗ ਹੈ ਉਹ ਹੈ ਕਿ ਅਧਿਆਤਮਕ ਡੂੰਘਾਈ ਦੀ ਸੋਝੀ ਹੋ ਜਾਂਦੀ ਹੈ। ਹਾਥ ਹੋਵੇਂ ਅਸਗਾਹ, ਵੈਸੇ ਅਸਗਾਹ ਜਿਹੜਾ ਹੈ ਸਮੁੰਦਰ ਨੂੰ ਕਹਿੰਦੇ ਹੈ। ਹਾਥ ਜਦੋਂ ਸੁਣਨ ਤੋਂ ਬਾਅਦ ਇਹ ਹਾਥ ਜਿੱਦਾਂ ਇੱਕ ਆਪਣੇ ਉਂਗਲਾਂ ਤੋਂ ਲੈ ਕੇ ਕੋਹਣੀ ਤੱਕ ਇੰਨਾ ਹਾਥ, ਜਿੱਦਾਂ ਇੱਕ ਤੁਕ ਵੀ ਆਉਂਦੀ ਹੈ ਗੁਰਬਾਣੀ ਵਿੱਚ, 3.5 ਹਾਥ ਤੇਰੀ ਸੀਵਾ, ਇਸ ਤਰ੍ਹਾਂ ਕਰਕੇ ਕਿ ਓਨੀ ਕੀ ਥਾਂ ਸਾਨੂੰ ਚਾਹੀਦੀ ਆ, ਉਹ ਸ਼ਬਦ ਹੈ। ਪਰ ਇਹ ਜਿਹੜਾ ਇਸ ਤਰ੍ਹਾਂ ਵੀ ਇਹਨੂੰ ਸਮਝ ਲਓ ਕਿ ਸੁਣਨ ਦੀ ਅਵਸਥਾ 'ਚ ਜਾ ਕੇ ਵੱਡੀ ਤੋਂ ਵੱਡੀ ਜਿਹੜੀ ਮੁਸ਼ਕਲ ਹੈ, ਔਖੀ ਤੋਂ ਔਖੀ ਜਿਹੜੀ ਘਾਟੀ ਹੈ, ਉਹ ਹੱਥ ਜਿੰਨੀ ਰਹਿ ਜਾਂਦੀ ਹੈ। ਡੂੰਘੀ ਤੋਂ ਡੂੰਘੀ ਜਿਹੜੀ ਸਮੱਸਿਆ ਉਹ ਨਿੱਕੀ ਜਿਹੀ ਰਹਿ ਜਾਂਦੀ ਹੈ। ਪਰ ਇਹਦਾ ਅਧਿਆਤਮ ਦੀ ਡੂੰਘਾਈ ਦੇ ਨਾਲ ਸੰਬੰਧ ਹੈ, ਅਧਿਆਤਮ ਦੀ ਸੋਝੀ ਹੋ ਜਾਂਦੀ ਹੈ ਸੁਣਨ ਤੋਂ ਬਾਅਦ। ਇਹੀ ਅਸੀਂ ਖੋਜ ਕਰਦੇ ਫਿਰਦੇ ਹਾਂ ਕਿ ਅਧਿਆਤਮ ਕੀ ਹੈ, ਮਾਰਗ ਕੀ ਹੈ, ਇਸ ਮਾਰਗ ਤੇ ਚੱਲਿਆਂ ਸਾਨੂੰ ਕੀ ਫਰਕ ਪਏਗਾ, ਇਸ ਮਾਰਗ ਤੇ ਚੱਲਿਆਂ ਅਸੀਂ ਕਿੱਥੋਂ ਤੱਕ ਪਹੁੰਚਾਂਗੇ, ਕਿੱਥੇ ਇਸ ਮਾਰਗ ਦਾ ਅੰਤ ਹੈ। ਇਹ ਸਭ ਚੀਜ਼ਾਂ ਦਾ ਗਿਆਨ ਜਿਹੜਾ ਅਭਿਆਸੀ ਨਾਮ ਦੀ ਧੁਨੀ ਨਿਰੰਤਰ ਲਗਾਤਾਰ ਸੁਣ ਰਿਹਾ, ਉਹਨੂੰ ਇਸ ਚੀਜ਼ ਦਾ ਗਿਆਨ ਹੋਣਾ ਆਰੰਭ ਹੋ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੋ ਇਹ ਆਪਾਂ ਅੱਜ 4 ਪਦੇ ਸੁਣਨ ਦੇ ਬੜੇ ਹਾਈ ਲੈਵਲ ਤੇ ਵਿਚਾਰ ਲਏ ਨੇ। ਹੁਣ ਇੱਕ ਸ਼ਬਦ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ, ਪੰਨਾ ਨੰਬਰ 1240 ਤੇ। ਆਪਾਂ ਥੋੜਾ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਆਪਾਂ ਹੁਣ
थोड़ा जा ईजी हो जाइए। नाए सुनिया मन रहसी है, नामे शांत आई। इथों पौड़ी शुरू होंदी है, पन्ना नंबर 1240। ਇਹ ਸ਼ਾਇਦ ਮੈਨੂੰ ਭੁਲੇਖਾ ਪੈ ਰਿਹਾ ਜਾਂ ਇੱਥੇ ਕੋਈ ਮਿਸਟੇਕ ਹੈ। ਇੱਥੇ ਰਾਗ ਸਾਰੰਗ ਮਹੱਲਾ ਪਹਿਲਾ ਲਿਖਿਆ। ਇੱਕ ਸੈਕਿੰਡ, ਹਾਂਜੀ ਇਹ ਮਹੱਲੇ ਪਹਿਲੇ ਦੀ ਬਾਣੀ ਹੈ, ਖਿਮਾ ਕਰਿਓ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਨਹੀਂ ਹੈ। ਵਾਹਿ ਨਾਏ ਸੁਣਿਐ ਮਨ ਰਹਿਸੀਐ, ਨਾਮੇ ਸ਼ਾਂਤ ਆਈ। ਹੁਣ ਅਸੀਂ ਨਾਮ ਸੁਣਦੇ ਹਾਂ, ਅੱਧਾ ਘੰਟਾ ਪਹਿਲਾਂ ਆਪਾਂ ਕਰਦੇ ਹਾਂ ਫਿਜ਼ੀਕਲੀ ਪ੍ਰੈਕਟਿਸ, ਉਹਨੂੰ ਸੁਣਦੇ ਵੀ ਹਾਂ। ਮਨ ਨੂੰ ਕਿੰਨਾ ਕੁ ਫਰਕ ਪੈਂਦਾ ਉਸ ਦੇ ਨਾਲ। ਮਨ ਖੜਾ ਹੁੰਦਾ, ਰਹਿਸੀ ਹੈ, ਰਹਿਸੀ ਹੈ, ਮਨ ਵਿਚਾਰਾਂ ਤੋਂ ਖੜ ਗਿਆ। ਸ਼ਾਂਤ ਆਈ, ਮਨ ਸਹਿਜ ਵਿੱਚ ਆ ਗਿਆ। ਕੀ ਇਹ ਅਵਸਥਾ ਆਉਂਦੀ ਹੈ? ਆਪਣੀ ਆਪਣੀ ਪੜਚੋਲ ਕਰਨੀ ਹੈ ਸਾਰਿਆਂ ਨੇ। ਕਿਸੇ ਨੂੰ, ਵੀ ਆਰ ਨਾਟ ਜੱਜ, ਅਸੀਂ ਕਿਸੇ ਨੂੰ ਜੱਜ ਨਹੀਂ, ਜੱਜਮੈਂਟ ਨਹੀਂ ਕੋਈ ਦੇਣੀ, ਅਸੀਂ ਕਿਸੇ ਨੂੰ ਜੱਜ ਨਹੀਂ ਕਰਨਾ। ਆਪਣਾ ਆਪਣਾ ਸੋਚਣਾ, ਇਹਨੂੰ ਆਪਣੇ ਆਪ ਨੂੰ ਕਨਵਿੰਸ ਕਰਨਾ ਵੀ ਇਹ ਸਾਨੂੰ ਨਾਮ ਅਭਿਆਸ ਕਰਦਿਆਂ ਇਹ ਚੀਜ਼ਾਂ ਆਉਂਦੀਆਂ ਨੇ। ਮੇਰਾ ਖਿਆਲ ਹੈ ਮੇਰੇ ਨਜ਼ਰੀਏ ਦੇ ਨਾਲ ਨਹੀਂ ਆਉਂਦੀਆਂ, ਕਿਉਂਕਿ ਅਸੀਂ ਤੇ ਬੜੇ ਅਜੇ ਛੋਟੇ ਲੈਵਲ ਤੇ ਪ੍ਰੈਕਟਿਸ ਕਰ ਰਹੇ ਹਾਂ। ਬੜੇ ਅਜੇ ਸਾਡਾ ਜਿਹੜਾ ਧਿਆਨ ਹੈ ਬੜਾ ਖਿੰਡਿਆ ਪਿੰਡਿਆ ਪਿਆ ਸਾਰੇ ਪਾਸੇ, ਮਾਇਆ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਦੁਨਿਆਵੀ ਚੀਜ਼ਾਂ ਦੇ ਵਿੱਚ, ਰੁਤਬਿਆਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਦੋਸਤੀਆਂ ਦੇ ਵਿੱਚ। ਕਿੰਨੀ ਕਿੰਨੀ ਡਿਸਟਰੈਕਸ਼ਨ ਹੈ। ਆਪਣੀ ਆਪਣੀ ਪੜਚੋਲ ਸਾਰਿਆਂ ਨੇ ਕਰਨੀ ਅੰਦਰ ਅੰਦਰ। ਹਾਂ, ਪਰ ਜੇ ਇਹ ਅਵਸਥਾ ਆ ਜੇ ਸਾਡੀ ਸੁਣਨ ਦੀ, ਨਾਮ ਦੀ ਜਿਹੜੀ ਧੁਨੀ ਹੈ ਉਹਨੂੰ ਸੁਣਨ ਦੀ ਅਵਸਥਾ ਆ ਜੇ, ਉੱਥੇ ਜਾ ਕੇ ਮਨ ਰਹਿਸੀ, ਮਨ ਖੜਾ ਹੋਏਗਾ, ਮਨ ਸ਼ਾਂਤ ਹੋਏਗਾ। ਇਹੀ ਚੀਜ਼ਾਂ ਅਸੀਂ ਪਿਛਲੇ 4 ਪਦੇ ਜਿਹੜੇ ਜਪ ਬਾਣੀ ਦੇ ਵਿਚਾਰੇ ਹੈ ਉਹਨਾਂ 'ਚ ਇਹ ਤੱਤ ਸਾਡੇ ਸਾਹਮਣੇ ਆਇਆ। ਅੱਛਾ, ਹੋਰ ਚਲੀਏ। ਕਹਿੰਦੇ ਨਾਏ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਹੁਣ ਕੰਪੈਰੀਜ਼ਨ ਅਸੀਂ ਕਰਨਾ ਕਿ ਅਸੀਂ ਫਿਜ਼ੀਕਲੀ ਜਦੋਂ ਵਾਹਿਗੁਰੂ 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 ਕਰਦੇ ਹਾਂ, ਮਨ ਨੂੰ ਕੋਈ ਤ੍ਰਿਪਤੀ ਆਉਂਦੀ ਹੈ, ਸਾਡਾ ਕੋਈ ਦੁੱਖ ਦੂਰ ਹੋ ਰਿਹਾ। ਆਪਣਾ ਆਪਣਾ ਐਨਾਲਿਸਿਸ ਕਰਨਾ ਸਾਰਿਆਂ ਨੇ। ਹੋ ਸਕਦਾ ਕਿਸੇ ਦਾ ਹੋ ਵੀ ਰਿਹਾ ਹੋਵੇ, ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਹੋਰ ਨਾਮ ਦੇ ਵਿੱਚ ਜੁਟਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਨੂੰ ਸਾਡੇ 'ਚ ਆਹ ਤਬਦੀਲੀ ਆ ਰਹੀ ਹੈ। ਇਹ ਵੀ ਜਿਹੜਾ ਹੈ ਇਹ ਅੰਤਰ ਆਤਮੇ ਨਾਮ ਸੁਣਨ ਤੋਂ ਬਾਅਦ ਦੀ ਅਵਸਥਾ ਹੈ। ਮਨ ਮਾਇਆ ਵੱਲੋਂ ਮੁੱਖ ਆਪਣਾ ਮੋੜ ਲੈਂਦਾ ਹੈ। ਤ੍ਰਿਪਤੀ ਹੋਣੀ, ਤ੍ਰਿਪਤ ਦਾ ਮਤਲਬ ਹੀ ਮਾਇਆ ਵੱਲੋਂ ਮੁੱਖ, ਮਾਇਆ ਵੱਲੋਂ ਰੱਜ ਗਿਆ ਬੰਦਾ, ਤ੍ਰਿਪਤ ਹੋ ਗਿਆ। ਜਿੱਦਾਂ ਆਪਾਂ ਕਹਿੰਦੇ ਨਹੀਂ ਆਪਣੇ ਰੋਟੀ ਖਾ ਕੇ ਆਇਆ, ਤ੍ਰਿਪਤੀ ਹੋ ਗਈ ਹੈ। ਮਾਇਆ 'ਚ ਜਿੰਨਾ ਉਹ ਜਾ ਸਕਦਾ ਸੀ, ਜਾ ਕੇ ਚੁੱਭੀ ਮਾਰ ਕੇ ਹੁਣ ਬਾਹਰ ਆ ਗਿਆ। ਤ੍ਰਿਪਤੀ ਕਰਕੇ ਉਹ ਮਾਇਆ ਵੱਲੋਂ ਹੁਣ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ। ਤਾਂ ਕਰਕੇ ਅੱਗੇ ਲਿਖਿਆ ਸਭ ਦੁੱਖ ਗਵਾਈ। ਉਹ ਮਾਇਆ ਦਾ ਉਹਨੂੰ ਜਿਹੜਾ ਦੁੱਖ ਹੈ ਉਹਦਾ ਉਹ ਦੂਰ ਹੋਏਗਾ। ਇਹ ਵੀ ਸੁਣਨ ਦੀ ਅਵਸਥਾ ਦੇ ਵਿੱਚ ਜਾ ਕੇ ਹੋਏਗਾ। ਕਲੀਅਰ ਹੋ ਗਿਆ ਕਿ ਨਾਮ ਦਾ ਸੁਣਨਾ ਅੰਤਰ ਆਤਮੇ ਉਸ ਧੁਨੀ ਦਾ ਸੁਣਨਾ ਹੈ। ਦੁਨਿਆਵੀ ਸੁਣ ਕੇ ਇਹ ਅਵਸਥਾਵਾਂ ਨਹੀਂ ਆਉਣਗੀਆਂ। ਫਿਰ ਹੈ ਨਾਏ ਸੁਣਿਆ ਨਾਉ ਉਪਜੈ, ਨਾਮੇ ਵਡਿਆਈ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉ ਰੰਗ। ਇਹਦੀ ਪੂਰੀ ਲਾਈਨ ਪਿਛਲੀ ਨਹੀਂ ਮੈਨੂੰ ਯਾਦ ਆ ਰਹੀ। ਜਿਉਂ ਜਿਉਂ ਅਸੀਂ ਉਸ ਨਾਮ ਦੀ ਅਵਸਥਾ ਦੇ ਵਿੱਚ ਖੇਡਾਂਗੇ, ਮਨ 'ਚ ਹੋਰ ਨਾਮ ਜਪਣ ਦਾ ਚਾਉ ਉਮੜੇਗਾ, ਉੱਠੇਗਾ। ਔਰ ਇਸੇ ਵਿੱਚ ਹੀ ਵਡਿਆਈ, ਨਾਮੇ ਵਡਿਆਈ, ਪੰਜ ਪ੍ਰਵਾਨ ਦਰਗੇ ਪੈਂਦੇ ਜਾਹੇ, ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਇਹ ਵਡਿਆਈਆਂ ਨਾਮ ਦੇ ਅੰਤਰਾਤਮੇ ਸੁਣਨ ਤੋਂ ਬਾਅਦ ਹੀ ਮਿਲਣਗੀਆਂ।
ਪਹਿਲਾਂ ਕਿੱਦਾਂ ਮਿਲ ਜਾਣਗੀਆਂ? ਪਹਿਲਾਂ ਤਾਂ ਕੋਈ ਮੈਚ ਹੀ ਨਹੀਂ ਕਰਦਾ ਕੰਮ ਕਿਸੇ ਚੀਜ਼ ਦੇ ਨਾਲ। ਫਿਜ਼ੀਕਲੀ ਜਿੰਨਾ ਮਰਜ਼ੀ ਸੁਣੀ ਜਾਓ। ਹਾਂ, ਇਹ ਤੁਹਾਡੇ ਤੁਹਾਡੇ ਆਪਣੇ ਮਨ ਦੀ ਅਵਸਥਾ ਉੱਚੀ ਕਰਨ ਵਾਸਤੇ ਆਪਾਂ ਨਾਮ ਜਪਣਾ ਹੈ, ਲੇਕਿਨ ਜਪ ਜਪ ਕੇ ਇੱਥੋਂ ਤੱਕ ਪਹੁੰਚਣਾ ਤਾਂ ਅਸੀਂ ਜਿਹੜਾ ਉਹ ਸਾਡੀ ਐਲੀਜੀਬਿਲਟੀ ਬਣਨੀ ਹੈ ਪਰਮਾਤਮਾ ਦੇ ਗੁਣਾਂ ਨੂੰ ਜਾਣਨ ਦੀ, ਪਰਮਾਤਮਾ ਨੂੰ ਜਿੰਨੀਆਂ ਆਪਾਂ ਸੁਣਿਆ ਦੇ ਪਦਿਆਂ ਦੇ 4 ਪਦਿਆਂ ਦੇ ਵਿੱਚ ਗੱਲਾਂ ਕਰਕੇ ਆਏ ਆ, ਤੀਰਥਾਂ ਬਾਰੇ, ਗਿਆਨ ਬਾਰੇ, ਇਹ ਸਾਰੀ ਐਲੀਜੀਬਿਲਟੀ ਉਹਨਾਂ ਚੀਜ਼ਾਂ ਨੂੰ ਜਾਣਨ ਦੀ ਤਾਂ ਬਣਨੀ ਹੈ। ਇਹਨੂੰ ਕਹਿੰਦੇ ਨਾਮੇ ਵਡਿਆਈ। ਇਹ ਵਡਿਆਈਆਂ, ਇਹ ਗੁਣਾਂ ਨਾਲ ਜਾਣੂ ਅਸੀਂ ਤਾਂ ਹੋਵਾਂਗੇ ਜਦੋਂ ਨਾਮ ਸਾਨੂੰ ਸੁਣਨਾ ਸ਼ੁਰੂ ਹੋ ਜਾਏਗਾ। ਅੱਗੇ ਚਲੀਏ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਇਹ ਜਿੰਨਾ ਬਾਕੀ ਬਾਹਰਲਾ ਜਿਹੜਾ ਫਿਜ਼ੀਕਲੀ ਜਾਤ ਪਾਤ ਜਿੰਨਾ ਮਰਜ਼ੀ ਉਹ ਕਰੀ ਜਾਓ ਮਾਣ, ਮੈਂ ਜੱਟ ਹਾਂ ਜੀ, ਮੈਂ ਬੇਦੀ ਕੋਲਾ, ਮੇਰਾ ਕੋਈ ਕਿਤੇ ਅਹਿਮੀਅਤ ਨਹੀਂ ਹੈ ਜਦੋਂ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੈ, ਜਦੋਂ ਤੱਕ ਅਖੀਰੀ ਪਦਾਰਥ ਦੀ ਪ੍ਰਾਪਤੀ ਨਹੀਂ ਹੈ। ਨਾਮੇ ਗਤ ਪਾਈ, ਜਿਹੜੀ ਗਤ ਹੋਣੀ ਹੈ, ਗਤ ਹੈ ਹੀ ਮੁਕਤੀ ਹੈ। ਗਤ ਹੋਣੀ ਹੈ ਹੀ ਮੁਕਤੀ ਹੈ, ਗਤ ਹੋਣੀ ਹੈ ਹੀ ਅਕਾਲ ਪੁਰਖ ਦੇ ਸਰੂਪ ਚ ਜਾ ਕੇ ਸਮਾਉਣਾ ਹੈ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹੇ ਪਤ। ਪਵੜੀਆਂ ਚੜੀਐ ਹੋਏ 21, ਇੱਕ ਮਿਕ ਹੋਣਾ ਪਰਮਾਤਮਾ ਨਾਲ, ਇਹੀ ਗਤ ਹੈ। ਅੱਗੇ ਚਲੀਏ। ਕਹਿੰਦੇ ਗੁਰਮੁਖੇ ਨਾਮ ਧਿਆਈਐ, ਨਾਨਕ ਲਿਵ ਲਾਈ। ਜਦੋਂ ਇੰਨਾ ਕੁਛ ਪਤਾ ਲੱਗ ਗਿਆ ਕਿ ਇਹ ਨਾਮ ਦਾ ਸੁਣਨਾ ਕੀ ਹੈ, ਉਸ ਅਵਸਥਾ 'ਚ ਜਾ ਕੇ ਹੀ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਣੀਆਂ। ਮਨ ਨੇ ਠਹਿਰਨਾ ਹੈ, ਮਨ ਨੇ ਸ਼ਾਂਤ ਹੋਣਾ ਹੈ, ਮਨ ਦੀ ਤ੍ਰਿਪਤੀ ਹੋਣੀ ਹੈ, ਦੁੱਖਾਂ ਦਾ ਨਾਸ ਹੋਣਾ ਹੈ, ਪੰਜ ਪ੍ਰਵਾਨ ਹੋਣਾ, ਵਡਿਆਈ ਮਿਲਣੀ ਹੈ, ਗਤ ਮਿਲਣੀ ਹੈ। ਫਿਰ ਕਹਿੰਦੇ ਕਿਉਂ ਨਾ ਅਸੀਂ ਉਸ ਗੁਰਮੁਖ ਸਿਸਟਮ ਦੇ ਜ਼ਰੀਏ ਇੱਕ ਅਕਾਲ ਪੁਰਖ ਨਾਲ ਪ੍ਰਤੀਤ, ਇੱਕ ਅਕਾਲ ਪੁਰਖ ਤੇ ਭਰੋਸਾ, ਇੱਕ ਅਕਾਲ ਪੁਰਖ ਨਾਲ ਕਮਿਟਮੈਂਟ ਤੇ ਇੱਕ ਅਕਾਲ ਪੁਰਖ ਦਾ ਨਾਮ ਹੀ ਕਿਉਂ ਨਾ ਜਪੀਏ, ਕਿਉਂ ਨਾ ਉਹਦੇ 'ਚ ਲਿਵ ਲਾਈ ਰੱਖੀਏ। ਇਹ ਹੈ ਨਾਮ ਦਾ ਸੁਣਨਾ। ਇਹ ਅੰਤਰ ਆਤਮੇ ਸੁਣਨਾ ਹੈ, ਬਾਹਰੀ ਸੁਣਨਾ ਨਹੀਂ ਹੈ। ਹੋਰ ਐਗਜ਼ਾਮਪਲਸ ਆਪਾਂ ਲੈ ਲਈਏ। ਆਪਣੇ ਕੋਲ 10 ਮਿੰਟ, ਆਪਾਂ 5 ਮਿੰਟ ਹੋਰ ਲਾਵਾਂਗੇ। ਇੱਕ ਹੋਰ ਆਪਾਂ ਸ਼ਬਦ ਸਕਰੀਨ ਤੇ ਸ਼ੇਅਰ ਕਰ, ਕਿਉਂਕਿ ਇਹ ਚੀਜ਼ ਬੜੀ ਇੰਪੋਰਟੈਂਟ ਹੈ ਅੱਜ ਦੀ। ਨਾਮ ਨਿਰੰਜਨ ਨਿਰਮਲਾ ਸੁਣਿਐ ਸੁਖ ਹੋਈ। ਆਓ ਜੀ, ਇਹ ਹੈ 1239। ਸਿਰਫ ਆਪਾਂ ਜਿਹੜਾ ਪਿਛਲਾ ਸ਼ਬਦ ਸੀ ਉਹ 1240 ਨੰਬਰ ਪੇਜ ਤੇ ਸੀ, ਇਹ 1239 ਨੰਬਰ ਪੇਜ ਤੇ ਹੈ। ਰਾਗ ਸਾਰੰਗ ਮਹੱਲਾ ਦੂਜਾ। ਨਾਮ ਨਿਰੰਜਨ, ਨਾਮ ਜਿਹੜਾ ਹੈ ਉਹ ਅਵਸਥਾ ਜਿਹੜੀ ਹੈ ਮਾਇਆ ਤੋਂ ਬਿਲਕੁਲ ਪਰੇ ਹੈ, ਮਾਇਆ ਤੋਂ ਰਹਿਤ ਹੈ, ਪਵਿੱਤਰ ਅਵਸਥਾ ਹੈ। ਨਾਮ ਦੀ ਜਿਹੜੀ ਸਟੇਟ ਆਫ ਮਾਈਂਡ ਹੈ, ਨਿਰਮਲਾ ਸੁਣਿਆ ਸੁਖ ਹੋਈ। ਇਹ ਜੇ ਸੁਖ ਭਾਲਦੇ ਆ, ਆਹ ਵਾਲਾ ਸੁਖ ਜਿਹੜਾ ਖੱਖੇ ਨੂੰ ਔਂਕੜ ਹੈ, ਇਹ ਅਕਾਲ ਪੁਰਖ ਦੀ ਪ੍ਰਾਪਤੀ ਦਾ ਸੁਖ ਹੈ। ਇਹ ਸੁਣਨ ਤੋਂ ਪਹਿਲਾਂ ਸੁਣਨ ਦੀ ਅਵਸਥਾ ਤੇ ਪਹੁੰਚਣਾ ਪਏਗਾ, ਉਸ ਤੋਂ ਬਾਅਦ ਬਾਕੀ ਗੱਲਾਂ, ਉਸ ਤੋਂ ਬਾਅਦ ਅੱਗੇ ਚੱਲੂਗਾ ਕੰਮ। ਫਿਰ ਕਹਿੰਦੇ ਸੁਣ ਸੁਣ ਮਨ ਵਸਾਈਐ, ਸੁਣ ਸੁਣ ਕੇ ਫਿਰ ਉਹਨੂੰ ਮੰਨਣਾ ਵੀ ਪੈਣਾ। ਬੂਝੈ ਜਨ ਕੋਈ। ਕਹਿੰਦੇ ਇਹ ਗੱਲ ਬਣਨੀ ਕਿੱਦਾਂ? ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸੱਚਾ, ਸੱਚ ਸੋਈ। ਇੰਨਾ ਅਭਿਆਸ ਕਰਨਾ ਪੈਣਾ। ਇਹਦਾ ਮਤਲਬ ਇਹ ਨਹੀਂ ਹੈ ਕਿ 24 ਘੰਟੇ ਬੈਠੇ ਰਹੋ ਚੌਂਕੜਾ ਮਾਰ ਕੇ, ਹੋਰ ਕਿਸੇ ਨਾਲ ਗੱਲ ਹੀ ਨਾ ਕਰੋ। ਕੋਈ ਫੋਨ ਆ ਗਿਆ, ਮਤਲਬ ਭਾਈ ਸਾਹਿਬ ਬੈਠੇ ਹੈ ਜੀ ਨਾਮ ਅਭਿਆਸ 'ਚ, ਭਾਈ ਸਾਹਿਬ ਸਹਿਜ ਪਾਠ ਕਰ ਰਹੇ ਹੈ ਜੀ, ਉਧਰੋਂ ਭਾਵੇਂ ਪ੍ਰੋਬਲਮ ਇੰਨੀ ਵੱਡੀ ਹੋਵੇ ਵੀ ਭਾਈ ਸਾਹਿਬ ਤੋਂ ਹੈਲਪ ਤੋਂ ਬਿਨਾਂ ਕੋਈ ਕੰਮ ਹੀ ਨਾ ਹੋ ਸਕਦਾ ਹੋਵੇ ਅੱਗੇ। ਏਦਾਂ ਥੋੜਾ। ਇਹਦਾ ਮਤਲਬ ਹੈ ਵੱਧ ਤੋਂ ਵੱਧ, ਵੱਧ ਤੋਂ ਵੱਧ। ਇਸ ਕਰਕੇ ਲਿਖਿਆ ਦਿਨ ਰਾਤੀ ਅਰਾਧੋ ਪਿਆਰੋ, ਨਿਮਕ ਨਾ ਕੀਜੈ ਢੀਲਾ। ਵੱਧ ਤੋਂ ਵੱਧ ਜਿੰਨਾ ਵੀ ਸਮਾਂ ਹੋ ਸਕੇ ਆਪਣਾ ਧਿਆਨ, ਆਪਣੀ ਰਸਨਾ,
नाम दे विच गड़ूंद रखो। बहंदियां उठदियां ना विसरै साचा सच सोई। फिर भगतां को नाम आधार है नामे सुख होई। भगतां दा ते आसरा ही नाम है। इसे नाम दे नाल असीं परमात्मा दी प्राप्ति करनी है। नानक मन तने मने तने रव रहिया गुरमुख हर सोई। ਇੰਨੀ ਮਿਹਨਤ ਕਰਨੀ ਹੈ ਤਾਂ ਉਸ ਅਕਾਲ ਪੁਰਖ ਦਾ ਗੁਰ ਪ੍ਰਸਾਦ ਮਿਲੇਗਾ। ਗੁਰਮੁਖੇ ਹਰ ਸੋਈ। ਉਸ ਸਿਸਟਮ ਦੇ ਵਿੱਚ ਆ ਕੇ ਇੰਨੀ ਮਿਹਨਤ ਕਰਨੀ ਹੈ, ਬਹਿੰਦਿਆਂ ਉੱਠਦਿਆਂ ਨਾਮ ਜਪਣਾ ਹੈ, ਧਿਆਉਣਾ ਹੈ, ਫਿਰ ਸੁਣਨ ਦੀ ਅਵਸਥਾ ਤੱਕ ਪਹੁੰਚਣਾ ਹੈ। ਫਿਰ ਹਰ ਸੋਈ ਕਿ ਉਸ ਕਰਤੇ ਪੁਰਖ ਦਾ, ਉਸ ਪਰਮਾਤਮਾ ਦਾ ਗੁਰ ਪ੍ਰਸਾਦ ਉਸ ਅਭਿਆਸੀ ਨੂੰ ਮਿਲਣਾ ਹੈ। ਸੋ ਇਹ ਆਪਾਂ ਅੱਜ ਦੀ ਵਿਚਾਰ ਤਕਰੀਬਨ ਆਪਾਂ ਅੱਜ ਹੁਣ ਖਤਮ ਕਰ ਰਹੇ ਹਾਂ। ਇੱਕ ਅੱਧੀ ਹੋਰ ਐਗਜ਼ਾਮਪਲ ਮੈਂ ਇੱਕ ਦੋ ਤੁਕਾਂ ਮੈਂ ਲੈ ਲਵਾਂ, ਨਾਲੇ ਸਕਰੀਨ ਤੇ ਸਾਂਝੀਆਂ ਵੀ ਕਰ ਲਵਾਂ। ਜਿਸ ਸੁਣਿਆ ਮਨ ਹੋਏ ਰਹਸ ਅਤ ਹਿਰਦੈ ਮਾਨ ਦੁਖ ਜੋਹੰ। ਆਓ ਜੀ, ਇਹ ਹੈ ਮਹੱਲੇ ਪੰਜਵੇਂ ਦੀ ਬਾਣੀ, ਪੋਥੀ ਪੰਨਾ ਨੰਬਰ 1211। ਰਹਾਉ ਕੀ ਕਹਿੰਦਾ ਇਹਦਾ? ਰਸਨਾ ਰਾਮ ਕਹਿਤ ਗੁਣ ਸੋਹੰ, ਏਕ ਨਿਮਖ ਉਪਾਏ ਸਮਾਵੈ ਦੇਖ ਚਰਿਤ ਮਨ ਮੋਹੰ। ਇਹਦੇ ਚ ਸਭ ਤੋਂ ਪਹਿਲੀ ਰਹਾਉ ਤੋਂ ਬਾਅਦ ਗੱਲ ਹੀ ਕਰਦੇ ਆ, ਕਹਿੰਦੇ ਜਿਸ ਸੁਣਿਆ ਮਨ ਹੋਏ ਰਹਸ ਅਤ ਹਿਰਦੈ ਮਾਨ ਦੁਖ ਜੋਹੰ। ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋਹੰ। ਕਿਆ ਬਾਤ ਕੀਤੀ ਹੈ ਮਹੱਲੇ ਪੰਜਵੇਂ ਨੇ। ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋਹੰ। ਮੇਰੀ ਤੇਰੇ ਨਾਲ ਬਣਨੀ ਸ਼ੁਰੂ ਹੋ ਗਈ ਹੈ, ਕਿਉਂਕਿ ਮੈਂ ਤੇਰੀ ਰਜ਼ਾ ਚ ਆ ਗਿਆ, ਕਿਉਂਕਿ ਮੈਂ ਉਹ ਅਵਸਥਾ ਚ ਆ ਗਿਆ ਸੁਣਨ ਦੀ ਅਵਸਥਾ ਦੇ ਵਿੱਚ, ਜਪ ਜਪ ਕੇ ਧਿਆ ਕੇ ਸੁਣਨ ਦੀ ਅਵਸਥਾ ਚ ਆ ਗਿਆ। ਤੇ ਮਨ ਦੇ ਵਿੱਚ ਖੇੜਾ, ਮਨ ਦੇ ਵਿੱਚ ਠਹਿਰਾਓ ਸਹਿਜ ਮਿਲ ਚੁੱਕਾ ਹੈ। ਅਤ ਹਿਰਦੈ ਮਾਨ ਦੁਖ ਦੋਹੰ। ਔਰ ਮੇਰੇ ਜਿਹੜੇ ਮਾਇਆ ਦੇ ਦੁੱਖ, ਮਾਇਆ ਦਾ ਜਿਹੜਾ ਅਟੈਚਮੈਂਟ ਹੈ ਉਹ ਖਤਮ ਹੋ ਚੁੱਕੀ ਹੈ। ਤੇ ਮਾਇਆ ਦੀ ਅਟੈਚਮੈਂਟ ਜਦੋਂ ਖਤਮ ਹੋਣੀ ਹੈ, ਉਦੋਂ ਹੀ ਇਹ ਸੁੱਖ ਖੱਖੇ ਨੂੰ ਔਂਕੜ ਵਾਲਾ ਜਿਹੜਾ ਪ੍ਰਾਪਤ ਹੋਣਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਤੇ ਉਦੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਹੁਣ ਮੇਰੀ ਪਰਮਾਤਮਾ ਨਾਲ ਬਣ ਆਈ ਹੈ। ਹੁਣ ਤੂੰ ਮੇਰਾ ਪਿਤਾ, ਤੂੰ ਮੇਰਾ, ਪਹਿਲਾਂ ਨਹੀਂ ਸੀ ਪਤਾ, ਹੁਣ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਭ ਕੁਛ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਫਿਰ ਹੁਣ ਮਹਾਰਾਜ ਨੇ ਵਡਿਆਈ, ਇਹ ਸਿਰਫ ਮੈਂ ਟੂਕ ਮਾਤਰ, ਆਪਾਂ ਸਕਰੀਨ ਤੇ ਬਿਲਕੁਲ ਆਪਣੀ ਰਿਕਾਰਡਿੰਗ ਦੇ ਵਿੱਚ ਸ਼ਬਦ ਰਹਿਣਗੇ, ਆਪਾਂ ਅੱਗੇ ਵੀ ਇਹਨਾਂ ਨੂੰ ਵਿਚਾਰਾਂਗੇ ਕਦੇ ਕਰਤੇ ਪੁਰਖ ਨੇ ਬਖਸ਼ਿਸ਼ ਕੀਤੀ। ਫਿਰ ਹੁਣ ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਸ਼ਬਦ ਲਈਏ, ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਇਹ ਪੋਥੀ ਪੰਨਾ ਨੰਬਰ 593। ਇਹ ਬਿਲਕੁਲ ਦੋ ਐਪਸ ਜਿਹੜੀਆਂ ਡਿਫਰ ਕਰ ਰਹੀਆਂ, ਇੱਥੇ ਮਹੱਲੇ ਤੀਜੇ ਦੀ ਬਾਣੀ ਹੈ। ਆਪਾਂ ਇਹਦੇ ਅਕੋਰਡਿੰਗਲੀ, ਸਕਰੀਨ ਦੇ ਅਕੋਰਡਿੰਗਲੀ ਹੀ ਗੱਲ ਕਰੀਏ। ਮਹੱਲੇ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ, ਆਪਾਂ ਪਿੱਛੇ ਹੁਣੇ ਚੈੱਕ ਕਰ ਲੈਂਦੇ ਹਾਂ। ਯੈਸ, ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੈ। ਇੱਕ ਗੁਰਬਾਣੀ ਐਪ ਦੇ ਵਿੱਚ ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਲਿਖਿਆ ਹੈ 593 ਦੇ ਉੱਤੇ। ਚਲੋ ਮਿਸਟੇਕ ਹੋ ਜਾਂਦੀ ਹੈ, ਕੋਈ ਗੱਲ ਨਹੀਂ। ਆਪਾਂ ਇਹਦੇ ਅਕੋਰਡਿੰਗਲੀ ਚੱਲਦੇ ਹਾਂ ਜੀ। ਪੋਥੀ ਪੰਨਾ ਨੰਬਰ 593, ਮਹੱਲਾ ਤੀਜਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਆਤਮਕ ਅਵਸਥਾ, ਸਤਿਗੁਰ ਦੇ ਚਰਨ ਬਾਹਰ ਲੱਭਦੇ ਰਹੋ, ਸਾਰੀ ਜ਼ਿੰਦਗੀ ਮੁੱਕ ਜਾਏਗੀ, ਚਰਨ ਨੇ ਲੱਭਣੇ, ਕਿਉਂਕਿ ਫਿਜ਼ੀਕਲੀ ਹੈ ਹੀ ਨਹੀਂ ਹੈ, ਉਹਦੀ ਪ੍ਰੈਜ਼ੈਂਸ ਫਿਜ਼ੀਕਲੀ ਹੈ ਹੀ ਨਹੀਂ ਹੈ ਕਿਤੇ।
ਧਨ ਧਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀ ਹੈ ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਆਨੰਦ ਦੀ ਅਵਸਥਾ, ਮਨ ਦੇ ਵਿੱਚ ਖੇੜੇ ਦੀ ਅਵਸਥਾ, ਨਾਮ ਨੂੰ ਜਦੋਂ ਤੱਕ ਸੁਣਨ ਦੀ ਅਵਸਥਾ 'ਚ ਨਹੀਂ ਪਹੁੰਚਾਂਗੇ ਉਦੋਂ ਤੱਕ ਇਹ ਅਵਸਥਾ ਦਾ ਗਿਆਨ ਨਹੀਂ ਹੋਏਗਾ, ਪਤਾ ਨਹੀਂ ਚੱਲੇਗਾ। ਧਨ ਧਨ ਸੋ ਗੁਰਸਿੱਖ ਕਹੀ ਹੈ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਇੰਨੀ ਵਡਿਆਈ ਸਤਿਗੁਰ ਬਖਸ਼ਿਸ਼ ਕਰਦੇ ਹੈ ਜਿਹੜੇ ਨਾਮ ਅਭਿਆਸ ਕਰਦੇ ਹੈ, ਜਿਹੜੇ ਨਾਮ ਅਭਿਆਸ ਕਰਕੇ ਧਿਆਉਣ ਦੀ ਅਵਸਥਾ 'ਚ ਪਹੁੰਚਦੇ ਆ, ਜਿਹੜੇ ਧਿਆਉਣ ਤੋਂ ਬਾਅਦ ਸੁਣਨ ਦੀ ਅਵਸਥਾ 'ਚ ਪਹੁੰਚਦੇ ਆ। ਇੰਨੀ ਵਡਿਆਈ ਉਹਨਾਂ ਨੂੰ ਦੇਖੋ। ਧੰਨ ਧੰਨ ਗੁਰਸਿੱਖ, ਧੰਨ ਧੰਨ ਗੁਰਸਿੱਖ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਇੰਨੀ ਵਡਿਆਈ ਹੈ ਨਾਮ ਦੀ, ਫਿਰ ਕਿਉਂ ਨਹੀਂ ਅਸੀਂ ਨਾਮ ਜਪਦੇ? ਕਿਉਂ ਨਹੀਂ ਅਸੀਂ ਨਾਮ 'ਚ ਆਪਣੇ ਆਪ ਨੂੰ, ਆਪਣਾ ਜਿਹੜਾ ਧਿਆਨ ਹੈ ਉਹ ਨਾਮ 'ਚ ਕਿਉਂ ਨਹੀਂ ਲਾਉਂਦੇ? ਕਿਉਂ ਨਹੀਂ ਕੋਸ਼ਿਸ਼ ਕਰਦੇ ਐਸ ਸੁਣਨ ਦੀ ਅਵਸਥਾ 'ਚ ਪਹੁੰਚਣ ਦੀ? ਇਹ ਹੈ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ, ਕੋਈ ਮੁਸ਼ਕਲ ਕੰਮ ਨਹੀਂ ਹੈ। ਹਾਂ, ਸਿਰਫ ਆਪਣਾ ਜਿਹੜਾ ਧਿਆਨ ਹੈ ਉਹਨੂੰ, ਜਿਹੜੀ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜਿਹਦੇ ਤੇ ਭਰੋਸਾ ਕਰ ਰਹੇ ਹਾਂ, ਜਿਹਨੂੰ ਮੱਥੇ ਟੇਕ ਰਹੇ ਹਾਂ, ਉਹਨੂੰ ਪ੍ਰੈਕਟੀਕਲੀ ਜੀਣਾ ਸ਼ੁਰੂ ਕਰ ਦਿਓ। ਫਿਰ ਇਸ ਅਵਸਥਾ 'ਚ ਜਾ ਕੇ ਸੁਣਿਆ ਸਿੱਧ ਪੀਰ ਸੁਰਨਾਥ। ਜੇ ਇਹ ਫਿਰ ਚੀਜ਼ਾਂ ਇਹ ਹਾਸਲ ਹੋਣਗੀਆਂ, ਫਿਰ ਇਹਨਾਂ ਬਾਰੇ ਪਤਾ ਲੱਗਣਾ ਆਰੰਭ ਹੋਏਗਾ। ਇਹ ਆਪਾਂ 4 ਪਦੇ ਅੱਜ ਵਿਚਾਰ ਲਿਆ, ਔਰ ਸੁਣਨ ਦਾ ਜਿਹੜਾ ਹੈ ਸ਼ਬਦ ਜਿਹੜਾ ਸੁਣਿਆ, ਸੁਣਨ ਤੋਂ ਬਾਅਦ ਉਹਦੀ ਵੀ ਚੰਗੀ ਤਰ੍ਹਾਂ ਆਪਾਂ ਅੱਜ ਘੋਖ ਕੀਤੀ ਹੈ ਕਿ ਸੁਣਨਾ ਹੈ ਕੀ ਹੈ। ਸ਼ਬਦ ਦੀਆਂ ਐਗਜ਼ਾਮਪਲਸ ਲਈਆਂ ਨੇ, ਮੇਰਾ ਖਿਆਲ 7 ਐਗਜ਼ਾਮਪਲਸ ਨੇ ਮੇਰੇ ਕੋਲ, 7 ਦੀਆਂ 7 ਆਪਾਂ ਮੇਰੇ ਖਿਆਲ ਜ਼ਿਕਰ ਕਰ ਦਿੱਤਾ ਵਿੱਚ। ਕਈ 2 ਪੌੜੀਆਂ ਪੂਰੀਆਂ ਪੜ੍ਹੀਆਂ ਨੇ, ਬਾਕੀ ਆਪਾਂ ਟੂਕ ਮਾਤਰ ਐਗਜ਼ਾਮਪਲਸ ਪ੍ਰਮਾਣ ਲਏ ਨੇ। ਸੋ ਅੱਜ ਦੀ ਬੈਠਕ ਦੀ ਸਮਾਪਤੀ ਇੱਥੇ ਆਪਾਂ ਕਰਦੇ ਹਾਂ। ਅੱਗੇ ਆਪਾਂ ਇਸੇ ਤਰ੍ਹਾਂ ਹੀ ਮੰਨਣ ਦਾ ਸਾਡਾ ਜਿਹੜਾ ਵਿਸ਼ਾ ਚੱਲੇਗਾ। ਅੱਜ ਅਸੀਂ ਕੋਸ਼ਿਸ਼ ਕਰਕੇ ਇੱਕੋ ਰਿਕਾਰਡਿੰਗ ਦੇ ਵਿੱਚ ਪਾਇਆ 4 ਪਦੇ ਸੁਣਨ ਦੇ, ਤਾਂ ਕਿ ਇੱਕੋ ਵਾਰੀ ਜਿਹੜਾ ਅਭਿਲਾਖੀ ਆ ਉਹ ਸੁਣੇ, ਸਰੋਤਾ ਸੁਣੇ ਔਰ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਸੋ ਅੱਜ ਦੀ ਬੈਠਕ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।